ਜਦੋਂ ਅਸੀਂ ਆਪ ਸਿਆਣੇ ਹੁੰਦੇ ਗਏ ਅਸੀਂ ਪਰਮਾਤਮਾ ਦੀ ਹੋਂਦ ਨੂੰ ਚੁਣੌਤੀ ਦੇਣੀ ਸ਼ੁਰੂ ਕੀਤੀ। ਤੁਸੀਂ ਪਿੱਛੇ ਜੇ ਇੱਕ ਹੁਣੇ ਵਿਵਾਦ ਸ਼ੁਰੂ ਹੋਇਆ ਸੀਗਾ ਕਿ ਅਨੁਪਮ ਖੇਰ ਨੇ ਗੁਰਬਾਣੀ ਦੀਆਂ ਲਾਈਨਾਂ ਦੇ ਨਾਲ ਥੋੜੀ ਛੇੜਛਾੜ ਕਰ ਦਿੱਤੀ। ਹੁਣ ਇੱਥੇ ਫਰਕ ਹੈ, ਉਹਨਾਂ ਦੀ ਵਿਚਾਰਧਾਰਾ ਦੇ ਵਿੱਚ ਬੇਸ਼ੱਕ ਉਹ ਆਰਤੀ ਸ਼ਿਵ ਵਾਸਤੇ ਹੁੰਦੀ ਹੈ, ਕ੍ਰਿਸ਼ਨ ਵਾਸਤੇ ਵੀ ਹੁੰਦੀ ਹੈ, ਨਾਰਾਇਣ ਦੀ ਆਰਤੀ ਹੁੰਦੀ ਹੈ, ਪਰ ਉਹ ਵਿੱਚੇ ਮੋਦੀ ਦੀ ਆਰਤੀ ਵੀ ਔਰ ਉਹ ਸਾਰੇ ਬਰਦਾਸ਼ਤ ਕਰ ਰਹੇ ਨੇ ਕਿਉਂਕਿ ਉਹਨਾਂ ਵਾਸਤੇ ਜਾਇਜ਼ ਆ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਧਰਮ ਦੀ ਖਿਲਾਫਤ ਕੀਤੀ ਜਾਂ ਜਿਹੜੇ ਧਰਮ ਦੀ ਰੀਤੀ ਰਿਵਾਜਾਂ ਦੀ ਖਿਲਾਫਤ ਕੀਤੀ ਉਹ ਸਭ ਤੋਂ ਪਹਿਲਾਂ ਹਿੰਦੂ ਧਰਮ ਸੀ। ਸੋ ਗੁਰੂ ਨਾਨਕ ਪਾਤਸ਼ਾਹ ਬਕਾਇਦਾ ਚੀਜ਼ਾਂ ਨੂੰ ਤਰਕ ਦੇ ਆਧਾਰ ਦੇ ਉੱਤੇ ਪਰਖਦੇ ਨੇ, ਫਿਰ ਪਰਖਣ ਤੋਂ ਬਾਅਦ ਉਹਨਾਂ ਦੇ ਨਾਲ ਸਹਿਮਤੀ ਜਾਂ ਅਸਹਿਮਤੀ ਪ੍ਰਗਟਾਉਂਦੇ ਨੇ ਕਿ ਜੇ ਕੋਈ ਵੀ ਸੁਸਾਇਟੀ ਰਿਚੁਅਲਸ ਦੇ ਬਗੈਰ ਨਹੀਂ ਹੈ ਤੇ ਫਿਰ ਇੱਕ ਸੁਸਾਇਟੀ ਨੂੰ ਦੂਸਰੀ ਸੁਸਾਇਟੀ ਦੇ ਨਾਲ ਪ੍ਰੋਬਲਮ ਕੀ ਹੋ ਜਾਂਦੀ ਹੈ। ਬੇਸ਼ੱਕ ਤੁਸੀਂ ਲੱਖਾਂ ਕੋਟੀ ਕਰਮ ਕਮਾਉਂਦੇ ਰਹੋ ਪਰ ਤੁਸੀਂ ਹਰ ਦੇ ਨਾਮ ਤੱਕ ਨਹੀਂ ਪਹੁੰਚ ਸਕਦੇ। ਉਹ ਇਹ ਗੱਲ ਕਿਉਂ ਕਹਿੰਦੇ ਨੇ? ਹੁਣ ਹਿੰਦੂ ਸੁਸਾਇਟੀ ਨੂੰ ਅੱਜ ਦੇ ਨਜ਼ਰੀਏ ਨਾਲ ਦੇਖੋ, ਤੁਹਾਨੂੰ ਕਿਤੇ ਵੀ ਲੱਗਦਾ ਹੈ ਕਿ ਕੋਈ ਵੀ ਹਿੰਦੂ ਗਿਆਨ ਦੀ ਗੱਲ ਕਰ ਰਿਹਾ ਹੈ? ਪੰਡਿਤ ਨੇ ਇਹ ਗੱਲ ਆਮ ਲੋਕਾਂ ਤੱਕ ਪਹੁੰਚਾ ਦਿੱਤੀ। ਸੌਖੇ ਕੰਮ ਤੁਸੀਂ ਕਰ ਲਓ। ਹੁਣ ਸੌਖੇ ਕੰਮ ਕਿਹੜੇ ਆ? ਉੱਥੇ ਜਾ ਕੇ ਚੌਲ ਚੜਾਇਓ, ਤੁਹਾਡਾ ਇਹ ਕੰਮ ਹੋ ਜਾਊਗਾ। ਉੱਥੇ ਦਾਲ ਚੜਾ ਦਿਓ, ਉੱਥੇ ਝਾੜੂ ਚੜਾ ਦਿਓ। ਇਹ ਸਭ ਚੀਜ਼ਾਂ ਜਿਹੜੀਆਂ ਉਹਨਾਂ ਨੇ ਸੌਖੀਆਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਵੀ ਬਿਲਕੁਲ ਹਿੰਦੂ ਸੁਸਾਇਟੀ ਵਾਂਗੂ ਸ਼ਾਰਟਕਟ ਮਾਰਦੇ ਹੋਏ ਬਾਹਰ ਚਲੇ ਗਏ। ਅਸੀਂ ਇਹ ਸੋਚਿਆ ਕਿ ਬਸ ਮੈਂ ਆਪਣੇ ਘਰ 'ਚ ਅਖੰਡ ਪਾਠ ਕਰਾ ਲਿਆ, ਮੈਨੂੰ ਇਹਦਾ ਫਲ ਮਿਲ ਜਾਣਾ। ਮੇਰੀ ਜ਼ਿੰਦਗੀ ਦੇ ਵਿੱਚ ਕੁਝ ਐਸੀਆਂ ਘਟਨਾਵਾਂ ਹੋਈਆਂ ਜਿਹਦੇ ਵਿੱਚ ਮੈਂ ਪਰਮਾਤਮਾ ਨੂੰ ਬਹੁਤ ਯਾਦ ਕੀਤਾ ਪਰ ਮੇਰਾ ਕੰਮ ਨਹੀਂ ਬਣਿਆ, ਤਾਂ ਮੇਰੇ ਦਿਲ 'ਚ ਗੱਲ ਬਣ ਗਈ ਕਿ ਪਰਮਾਤਮਾ ਸ਼ਾਇਦ ਹੈ ਹੀ ਨਹੀਂ। ਹੁਣ ਇੱਕ ਭਾਈ ਜੀ ਆਉਂਦੇ ਆ, ਉਹ ਕਹਿੰਦੇ ਪਰਮਾਤਮਾ ਕੁਛ ਨਹੀਂ ਹੈ, ਉਹ ਸਿਰਫ ਐਨਰਜੀ ਹੈ। ਵੈਦਿਕ ਲੋਕ ਵੇਦਾਂ ਦੇ ਵਿੱਚੋਂ ਗਿਆਨ ਕਾਂਡ ਨੂੰ ਵਿਸਾਰਦੇ ਗਏ। ਤਕਰੀਬਨ ਇਸੇ ਤਰੀਕੇ ਅਸੀਂ ਗੁਰਬਾਣੀ 'ਚੋਂ ਗਿਆਨ ਵਿਸਾਰਦੇ ਜਾ ਰਹੇ ਹਾਂ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਪਹਿਲੀ ਕਿਸ਼ਤ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ। ਅਸੀਂ ਇਹ ਪ੍ਰੋਗਰਾਮ ਇਸ ਕਰਕੇ ਸ਼ੁਰੂ ਕਰ ਰਹੇ ਹਾਂ ਕਿ ਸਾਡੇ ਜਿਹੜੀਆਂ ਪੰਥ ਦੇ ਵਿੱਚ ਦੁਵਿਧਾਵਾਂ ਨੇ ਉਹਨਾਂ ਨੂੰ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਕਿਸੇ ਤਰੀਕੇ ਨਾਲ ਸੋਲਵ ਕੀਤਾ ਜਾਏ। ਅਤੇ ਅਸੀਂ ਗੁਰੂ ਮਹਾਰਾਜ ਦੇ ਹੁਕਮ ਦੇ ਅਕੋਰਡਿੰਗ, ਜਿੱਦਾਂ ਉਹਨਾਂ ਨੇ ਕਿਹਾ ਹੈ, ਹੋ ਕੱਤਰ ਮਿਲ ਮੇਰੇ ਭਾਈ ਦੁਵਿਧਾ ਦੂਰ ਕਰੋ ਲਿਵਲਾਈ, ਉਸੇ ਲਾਈਨ ਦੇ ਉੱਤੇ ਚੱਲਦਿਆਂ ਅਸੀਂ ਇੱਕ ਦੂਸਰੇ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜੀਆਂ ਦੁਵਿਧਾਵਾਂ ਹੈ ਉਹਨਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੀਏ। ਮੈਨੂੰ ਜਿਹੜੀ ਅੱਜ ਮਿਲੀ ਹੈ ਉਹਦੇ ਉੱਤੇ ਤੇ ਅਸੀਂ ਗੱਲ ਕਰਾਂਗੇ, ਉਹ ਹੈ ਕਰਮਕਾਂਡ ਤੇ ਸਿੱਖੀ। ਪਰ ਉਸ ਤੋਂ ਪਹਿਲਾਂ ਮੈਂ ਇਹਦੇ ਇੱਕ ਫਾਰਮੈਟ ਇਸ ਪ੍ਰੋਗਰਾਮ ਦਾ ਤੁਹਾਨੂੰ ਦੱਸ ਦਿੰਦੀ ਹਾਂ ਕਿ 3 ਹਫ਼ਤੇ ਜਿਹੜੇ ਮੁੱਢਲੇ 3 ਹਫ਼ਤੇ ਉਹਨਾਂ ਵਿੱਚ ਮੈਂ ਆਪਣੇ ਵਿਚਾਰ ਵਟਾਂਦਰਾ ਤੁਹਾਡੇ ਨਾਲ ਕਰਿਆ ਕਰੂੰਗੀ, ਆਪਣੇ ਵਿਚਾਰ ਸਾਂਝੇ ਕਰਿਆ ਕਰੂੰਗੀ। ਅਤੇ ਚੌਥੇ ਹਫ਼ਤੇ ਵਿੱਚ ਤੁਹਾਡੇ ਜਿਹੜੇ ਵੀ ਸਵਾਲ, ਉਹ ਚਾਹੇ ਤੁਹਾਡੇ ਹੋਣ ਜਾਂ ਤੁਹਾਡੇ ਬੱਚਿਆਂ ਦੇ ਹੋਣ, ਜਾਂ ਇਨਫੈਕਟ ਜੇ ਯੂਥ ਆਪਣੇ ਆਪ ਕੋਈ ਸਵਾਲ ਪੁੱਛਣਾ ਚਾਹੁੰਦਾ, ਸਵਾਲ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈ। ਬੇਸ਼ੱਕ ਤੁਸੀਂ ਇਹ ਪੁੱਛ ਸਕਦੇ ਹੋ ਕਿ ਰੱਬ ਕੀ ਹੈ, ਇੰਨਾ ਵਿਰਾਟ ਕੁਐਸਚਨ ਤੋਂ ਲੈ ਕੇ ਇੱਕ ਬਹੁਤ ਛੋਟਾ ਜਿਹਾ ਕਿ ਡਿਪਰੈਸ਼ਨ 'ਚੋਂ ਅਗਰ ਕਿਸੇ ਨੇ ਨਿਕਲਣਾ ਆ, ਗੁਰਬਾਣੀ ਦਾ ਓਟ ਆਸਰਾ ਲੈ ਕੇ, ਤਾਂ ਉਹ ਕਿੱਦਾਂ, ਗੁਰਬਾਣੀ ਉਹਦੇ ਬਾਰੇ ਕੀ ਬੋਲਦੀ ਹੈ। ਸੋ ਇਹੋ ਜਿਹੇ ਜਿਹੜੇ ਸਵਾਲ ਹੈ, ਚਾਹੇ ਉਹ ਬਹੁਤ ਵੱਡਾ ਸਵਾਲ, ਚਾਹੇ ਉਹ ਛੋਟਾ ਸਵਾਲ, ਚਾਹੇ ਤੁਹਾਡਾ ਪਰਸਨਲ ਸਵਾਲ, ਤੁਸੀਂ ਅਗਰ ਚਾਹੋਗੇ ਤਾਂ ਸਾਨੂੰ ਤੁਸੀਂ ਲਿਖ ਕੇ ਭੇਜ ਸਕਦੇ ਹੋ ਔਰ ਅਸੀਂ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਤਾਂ ਮੈਂ ਕੋਸ਼ਿਸ਼ ਇਹ ਕਰੂੰਗੀ ਕਿ ਉਹਨਾਂ ਸਵਾਲਾਂ ਦੇ ਜਵਾਬ ਮੈਂ ਆਪਣੇ ਬੇਸ ਦੇ ਉੱਤੇ, ਆਪਣੇ ਲੈਵਲ ਦੇ ਉੱਤੇ ਆਪ ਦੇਵਾਂ। ਜੇ ਮੈਨੂੰ ਲੱਗਾ ਕਿ ਉਹ ਸਵਾਲ ਮੇਰੀ ਪਹੁੰਚ ਤੋਂ ਬਾਹਰ ਦੀ ਗੱਲ ਹੈ, ਤਾਂ ਫਿਰ ਮੈਂ ਸਾਡੇ ਕੋਲ ਬਹੁਤ ਸਾਰੇ ਇੰਟਲੈਕਚੁਅਲਸ ਨੇ, ਬਹੁਤ ਸਕਾਲਰਸ ਨੇ, ਬੁੱਧੀਜੀਵ ਨੇ, ਜਿਨ੍ਹਾਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਬੁਲਾ ਕੇ ਜਾਂ ਜਿਸ ਤਰ੍ਹਾਂ ਵੀ ਉਹਨਾਂ ਦਾ ਜਵਾਬ ਲੈ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਅਗਰ ਮੰਨ ਲਓ ਕਿ ਨਾ ਮੇਰੇ ਕੋਲ ਉਹਨਾਂ ਦਾ ਜਵਾਬ ਹੈ, ਨਾ ਸਾਡੇ ਕਿਸੇ ਸਕਾਲਰ ਕੋਲ ਜਵਾਬ ਹੈ, ਤਾਂ ਫਿਰ ਸੰਗਤ ਗੁਰੂ ਮਹਾਰਾਜ ਦੀ ਜਿਹੜੀ ਹੈਗੀ ਆ, ਉਹ ਸੰਗਤ ਗੁਰੂ ਦਾ ਰੂਪ ਹੁੰਦੀ ਆ। ਫਿਰ ਉਹ ਸਵਾਲ ਸੰਗਤ ਦੇ ਅੱਗੇ ਰੱਖੇ ਜਾਣਗੇ ਔਰ ਸਰਬੱਤ ਖਾਲਸਾ ਦੇ ਵਾਂਗੂ ਫਿਰ ਉਹਨਾਂ ਕੋਲੋਂ ਜਵਾਬ ਮੰਗਿਆ ਜਾਊਗਾ। ਔਰ ਮੈਨੂੰ ਯਕੀਨ ਆ ਕਿ ਸਾਡੇ ਸਾਰਿਆਂ ਦੇ ਜਿਹੜੇ ਸਵਾਲ ਹੈ ਉਹਨਾਂ ਦਾ ਜਵਾਬ ਸਾਨੂੰ ਮਿਲੂਗਾ। ਇਸ ਪ੍ਰੋਗਰਾਮ ਦਾ ਮੇਨ ਮੁੱਦਾ ਇਹੀ ਹੈ ਕਿ ਜੋ ਸਾਡੀਆਂ ਦੁਵਿਧਾਵਾਂ ਹੈ ਉਹਨਾਂ ਨੂੰ ਕਿਸ ਤਰੀਕੇ ਨਾਲ ਦੂਰ ਕੀਤਾ ਜਾਣਾ।
ਜਾ ਸਕਦਾ ਜਾਂ ਉਹਨਾਂ ਦੇ ਸਵਾਲਾਂ ਦੇ ਉਹਨਾਂ ਜਵਾਬ ਸਾਨੂੰ ਇੱਕ ਜਗ੍ਹਾ 'ਤੇ ਇੱਕ ਪਲੇਟਫਾਰਮ 'ਤੇ ਲਿਆ ਕੇ ਕਿੱਦਾਂ ਖੜਾ ਕਰ ਸਕਦੇ ਨੇ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੇਰਾ ਜਿਹੜਾ ਟੌਪਿਕ ਜੋ ਮੈਨੂੰ ਅੱਜ ਪਹਿਲੀ ਕਿਸ਼ਤ ਦੇ ਵਿੱਚ ਜੋ ਅਸੀਂ ਬੋਲਣਾ ਆ ਉਹ ਹੈ ਸਿੱਖੀ ਅਤੇ ਕਰਮਕਾਂਡ। ਹੁਣ ਜਦੋਂ ਮੈਂ ਕਰਮਕਾਂਡਾਂ ਦੀ ਗੱਲ ਕਰੂੰਗੀ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਕਿ ਕਰਮਕਾਂਡ ਅਸਲ ਵਿੱਚ ਹੈ ਕੀ, ਕਰਮਕਾਂਡ ਸ਼ੁਰੂ ਕਿੱਥੋਂ ਹੁੰਦੇ ਆ, ਕਰਮਕਾਂਡ ਹੈ ਕੀ, ਉਹ ਗੁਰੂ ਮਹਾਰਾਜ ਨੇ ਕਿਉਂ ਉਹਨਾਂ ਦੇ ਬਾਰੇ ਮਨ੍ਹਾ ਕੀਤਾ ਜਾਂ ਕਿਉਂ ਉਹਨਾਂ ਦੇ ਅਗੇਂਸਟ ਉਹਨਾਂ ਨੇ ਆਪਣਾ ਪ੍ਰਚਾਰ ਕੀਤਾ। ਇਹ ਸਮਝਣ ਵਾਸਤੇ ਕਰਮਕਾਂਡਾਂ ਦੀ ਹੋਂਦ ਸਮਝਣੀ ਬਹੁਤ ਜ਼ਰੂਰੀ ਆ। ਇਸ ਤੋਂ ਪਹਿਲਾਂ ਕਿ ਮੈਂ ਕਰਮਕਾਂਡਾਂ ਦੀ ਹੋਂਦ ਵੱਲ ਜਾਵਾਂ, ਆਪਾਂ ਸਭ ਤੋਂ ਪਹਿਲਾਂ ਇਹ ਦੇਖੀਏ, ਥੋੜ੍ਹਾ ਜਿਹਾ ਇੱਕ ਬੈਕਡ੍ਰੌਪ ਲੈ ਲਈਏ। ਤਾਂ ਜਿਹੜੀ ਪਹਿਲੀ ਗੱਲ ਮੈਂ ਤੁਹਾਡੇ ਸਾਰਿਆਂ ਨਾਲ ਕਰੂੰਗੀ ਉਹ ਇਹ ਹੈ ਕਿ ਜਦੋਂ ਵੀ ਮੈਂ ਕਦੀ ਇਹ ਦੇਖਦੀ ਹਾਂ ਕਿ ਜਿਹੜਾ ਪਹਿਲਾ ਇਨਸਾਨ ਦੁਨੀਆ ਦੇ ਉੱਤੇ ਹੋਏਗਾ ਉਹ ਕਿਹੋ ਜਿਹਾ ਹੋਊਗਾ, ਉਹ ਕਿਵੇਂ ਦਾ ਦਿਖਦਾ ਹੋਊਗਾ, ਤਾਂ ਮੈਨੂੰ ਇੱਕੋ ਗੱਲ ਸਮਝ ਆਉਂਦੀ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਖਾਲਸਾ ਸਾਜਿਆ, ਜਿਹੜਾ ਦੁਨੀਆ ਦਾ ਪਹਿਲਾ ਇਨਸਾਨ ਹੋਊਗਾ ਉਹਦੀ ਦਿੱਖ ਤਕਰੀਬਨ ਜਾਂ ਕਹਿ ਲਓ ਕਿ ਪੱਕੀ ਹੀ ਉਹ ਖਾਲਸੇ ਵਰਗੀ ਹੋਊਗੀ। ਹੁਣ ਉਹ ਦਿੱਖ ਤੋਂ 100% ਉਹੀ ਹੋਊਗਾ। ਔਰ ਜਿਹੜਾ ਮੈਂ ਜਿਹੜੇ ਪਹਿਲੇ ਇਨਸਾਨ ਦੀ ਗੱਲ ਮੈਂ ਕਰ ਰਹੀ ਹਾਂ ਉਹ ਮੈਂ ਏਸ਼ੀਐਂਟ ਟਾਈਮਸ ਤੋਂ ਗੱਲ ਕਰ ਰਹੀ ਹਾਂ, ਆਇਰਨ ਏਜ ਤੋਂ ਪਹਿਲਾਂ ਦੀ ਗੱਲ ਕਰ ਰਹੀ ਹਾਂ, ਜਦੋਂ ਇਨਸਾਨ ਇਹ ਸਮਝਦਾ ਸੀ ਕਿ ਜੋ ਪਰਮਾਤਮਾ ਨੇ ਮੈਨੂੰ ਬਣਾ ਕੇ ਭੇਜਿਆ ਉਹ ਪਰਫੈਕਟ ਬਣਾ ਕੇ ਭੇਜਿਆ। ਉਸ ਤੋਂ ਬਾਅਦ ਅਸੀਂ ਆਪ ਸਿਆਣੇ ਹੁੰਦੇ ਗਏ, ਸਾਨੂੰ ਲੱਗਣਾ ਸ਼ੁਰੂ ਹੋਇਆ ਕਿ ਨਹੀਂ ਪਰਮਾਤਮਾ ਦੇ ਕੋਲੇ ਗਲਤੀ ਹੋ ਗਈ, ਮੇਰਾ ਨੱਕ ਵਿੰਗਾ ਆ, ਜਾਂ ਕਿਸੇ ਨੂੰ ਲੱਗਾ ਕਿ ਨਹੀਂ ਮੇਰੇ ਵਾਲ ਬਹੁਤੇ ਲੰਬੇ ਆ, ਕਿਸੇ ਨੂੰ ਲੱਗਾ ਮੇਰੇ ਵਾਲ ਬਹੁਤੇ ਛੋਟੇ ਆ, ਕਿਸੇ ਨੂੰ ਕੁਛ। ਜਦੋਂ ਅਸੀਂ ਆਪ ਸਿਆਣੇ ਹੁੰਦੇ ਗਏ, ਅਸੀਂ ਪਰਮਾਤਮਾ ਦੀ ਹੋਂਦ ਨੂੰ ਚੁਣੌਤੀ ਦੇਣੀ ਸ਼ੁਰੂ ਕੀਤੀ ਔਰ ਆਪਣਾ ਰੂਪ ਆਪ ਨਿਖਾਰਨਾ ਸ਼ੁਰੂ ਕੀਤਾ, ਆਪ ਸੋਚਿਆ ਕਿ ਇੱਥੋਂ ਬਦਲ ਦਈਏ, ਉਦੋਂ ਫਿਰ ਜਿਹੜੇ ਬਾਕੀ ਧਰਮ ਜਿਹੜੇ ਆ ਉਹ ਹੋਂਦ ਵਿੱਚ ਆਉਂਦੇ ਨੇ। ਸੋ ਪਹਿਲਾ ਇਨਸਾਨ ਬੇਸ਼ੱਕ ਦਿਖਦਾ ਖਾਲਸੇ ਵਰਗਾ ਹੀ ਹੋਊਗਾ, ਇਹ ਗੱਲ ਆਪਾਂ ਤੈਅ ਕਰ ਲਈਏ। ਉਸ ਤੋਂ ਅਗਲਾ ਜਿਹੜਾ ਗੱਲ ਹੈ ਉਹ ਇਹ ਹੈ ਕਿ ਦਿਖਦਾ ਬੇਸ਼ੱਕ ਉਹ ਖਾਲਸੇ ਵਰਗਾ ਹੋਊਗਾ ਪਰ ਉਹ ਖਾਲਸਾ ਨਹੀਂ ਹੋਊਗਾ। ਕਿਉਂਕਿ ਖਾਲਸਾ ਹੋਣਾ ਸਿਰਫ ਦਿੱਖ ਦੇ ਉੱਤੇ ਮੈਟਰ ਨਹੀਂ ਕਰਦਾ। ਬੇਸ਼ੱਕ ਦਿੱਖ ਬਹੁਤ ਜ਼ਰੂਰੀ ਆ, ਬੇਸ਼ੱਕ ਤੁਹਾਡਾ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਹੁਕਮ ਦੇ ਵਿੱਚ ਰਹਿੰਦੇ ਹਾਂ ਅਤੇ ਸਭ ਤੋਂ ਪਹਿਲੀ ਹੁਕਮ ਦੀ ਗੱਲ ਜਿਹੜੀ ਆਉਂਦੀ ਆ ਉਹ ਤੁਹਾਡੇ ਕਿਰਦਾਰ ਦੇ ਉੱਤੇ ਆਉਂਦੀ ਆ ਕਿ ਅਗਰ ਤੁਸੀਂ ਇੰਨੀ ਬੇਸਿਕ ਚੀਜ਼ ਨਹੀਂ ਪਰਮਾਤਮਾ ਦੀ ਮੰਨ ਸਕਦੇ ਕਿ ਜੋ ਪਰਮਾਤਮਾ ਨੇ ਮੈਨੂੰ ਜਿਸ ਤਰ੍ਹਾਂ ਦਾ ਬਣਾ ਕੇ ਭੇਜਿਆ ਉਹ ਬਿਲਕੁਲ ਸਹੀ ਹੈ, ਤਾਂ ਫਿਰ ਆਪਾਂ ਹੋਰ ਕੋਈ ਹੁਕਮ ਨਹੀਂ ਮੰਨ ਸਕਦੇ। ਤਾਂ ਇਸ ਕਰਕੇ ਬੇਸ਼ੱਕ ਦਿੱਖ ਬਹੁਤ ਇੰਪੋਰਟੈਂਟ ਹੈ, ਪਰ ਉਹਦੇ ਨਾਲ ਖਾਲਸਾ ਹੋਣ ਲਈ ਖਾਲਸਾਈ ਕਿਰਦਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਜਿੰਨੇ ਵੀ ਸਾਡੇ 10 ਪਾਤਸ਼ਾਹੀ ਆਏ ਉਹਨਾਂ ਨੇ ਸਾਨੂੰ ਅਭਿਆਸ ਕਰਾ ਕੇ ਦੱਸਿਆ ਕਿ ਉਹ ਕਿਰਦਾਰ ਕਿਹੋ ਜਿਹਾ ਹੋਊਗਾ, ਉਹ ਕਿਰਦਾਰ ਕਿੱਦਾਂ ਦਾ ਸਿਰਜਿਆ ਜਾਊਗਾ। ਹੁਣ ਇਸ ਤੋਂ ਇੱਕ ਗੱਲ ਤਾਂ ਪੱਕੀ ਸਾਹਮਣੇ ਇਹ ਆਉਂਦੀ ਹੈ ਕਿ ਖਾਲਸਾ ਮੁੱਢ ਕਦੀਮ ਤੋਂ ਸੀ, ਪਰ ਖਾਲਸੇ ਨੂੰ ਇੱਕ ਆਰਗੇਨਾਈਜ਼ਡ ਰੂਪ, ਇੱਕ ਆਰਗੇਨਾਈਜ਼ਡ ਫਾਰਮੈਟ ਜੋ ਦਿੱਤਾ ਗਿਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਇੱਕ ਫਿਲਾਸਫੀ ਦੇ ਥਰੂ ਦਿੱਤਾ। ਹੁਣ ਉਹ ਜਿਹੜੀ ਫਿਲਾਸਫੀ ਹੈ ਜਦੋਂ ਆਪਾਂ ਉਹਨੂੰ ਧਿਆਨ ਨਾਲ ਦੇਖਾਂਗੇ ਤਾਂ ਉਹ ਫਿਲਾਸਫੀ ਇੱਕ ਵਿਚਾਰਧਾਰਾ ਦੇ ਤਹਿਤ ਆਉਂਦੀ ਹੈ, ਔਰ ਉਹ ਵਿਚਾਰਧਾਰਾ ਜਿਹਦੀ ਨੀਂਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਦੇ ਵਿੱਚ ਰੱਖ ਗਏ ਸੀਗੇ। ਹੁਣ ਉਹ ਫਿਲਾਸਫੀ ਜੋ ਉਸ ਸਮੇਂ ਦੇ ਵਰਤਾਰੇ ਦੇ ਖਿਲਾਫ ਨਿਰਭਉ ਅਤੇ ਨਿਰਵੈਰ ਖੜੀ ਸੀ, ਉਸ ਦਾ ਪ੍ਰੈਕਟੀਕਲ ਅਭਿਆਸ ਹੋਇਆ ਔਰ ਉਸ ਪ੍ਰੈਕਟੀਕਲ ਅਭਿਆਸ ਦੇ ਵਿੱਚੋਂ ਗੁਰੂ ਨਾਨਕ ਦਾ ਜਿਹੜਾ ਨਵੇਕਲਾ ਪੰਥ ਹੈ ਉਹ ਸਾਹਮਣੇ ਸਿਰਜਿਆ ਗਿਆ। ਹੁਣ ਇਸ ਫਿਲਾਸਫੀ ਦੇ ਮੁੱਢ ਦੇ ਵਿੱਚ ਜਿਹੜੀ ਚੀਜ਼ ਬੈਠੀ ਹੈ ਨਾ ਉਹ ਇਹ ਹੈ, ਜਿੱਥੋਂ ਸ਼ੁਰੂ ਹੁੰਦਾ ਉਹ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਸਮੇਂ ਦੇ ਧਾਰਮਿਕ, ਰਾਜਸੀ ਅਤੇ ਰਾਜਨੀਤਿਕ ਵਰਤਾਰੇ ਦੇ ਨਾਲ ਸਹਿਮਤ ਨਹੀਂ ਸੀ। ਹੁਣ ਗੁਰੂ ਮਹਾਰਾਜ ਜਦੋਂ ਦੂਸਰੇ ਜਾਮੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੈਠ ਕੇ ਸਾਨੂੰ ਇਹ ਦੱਸ ਦਿੰਦੇ ਨੇ, ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਤਾਂ ਉਹ ਬੜਾ ਕਲੀਅਰ ਦੱਸ ਦਿੰਦੇ ਆ ਕਿ ਉਹਨਾਂ ਦਾ ਰਾਜਸੀ ਅਤੇ ਰਾਜਨੀਤਿਕ ਲੋਕਾਂ ਦੇ ਨਾਲ ਸਹਿਮਤੀ ਕਿਉਂ ਨਹੀਂ ਆ। ਪਰ ਜਦੋਂ ਉਹਨਾਂ ਦੇ ਧਰਮ ਦੇ ਨਾਲ, ਉਸ ਸਮੇਂ ਦੇ ਧਰਮਾਂ ਦੇ ਨਾਲ ਉਹਨਾਂ ਦੀ ਸਹਿਮਤੀ ਕਿਉਂ ਨਹੀਂ, ਜਦੋਂ ਆਪਾਂ ਇਹ ਸਮਝਣ ਵੱਲ ਚੱਲਾਂਗੇ ਤਾਂ ਸਾਨੂੰ ਬਹੁਤ ਕੁਛ ਬੜੇ ਲੈਵਲਸ ਦੇ ਉੱਤੇ ਚੀਜ਼ਾਂ ਨੂੰ ਖੰਗਾਲਣਾ ਪਊਗਾ, ਬੜੇ ਲੈਵਲਸ ਉੱਤੇ ਚੀਜ਼ਾਂ ਨੂੰ ਸਮਝਣਾ ਪਊਗਾ। ਹੁਣ ਇਹਨਾਂ ਦੇ ਵਿੱਚ ਜਿਹੜੀ ਪਹਿਲੀ ਚੀਜ਼ ਹੈਗੀ ਆ ਜੋ ਮੈਨੂੰ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ ਜੋ ਸਮਝ ਆਈ, ਜੋ ਪਤਾ ਲੱਗਾ, ਉਹ ਇਹ ਪਤਾ ਲੱਗਾ ਜਾਂ ਜੋ ਮੈਂ ਸਮਝ ਸਕੀ ਜਿੰਨੀ ਕੁ ਮੇਰੀ ਮੱਤ ਹੈ ਉਸ ਹਿਸਾਬ ਨਾਲ ਕਿ ਉਹਨਾਂ ਦਾ ਜਿਹੜੀ ਅਸਹਿਮਤੀ ਸੀ ਉਸ ਸਮੇਂ ਦੇ ਆਰਗੇਨਾਈਜ਼ਡ ਰਿਲੀਜਨਸ ਦੇ ਨਾਲ ਜਾਂ ਧਰਮ ਦੇ ਨਾਲ ਜਾਂ ਪੰਥ ਦੇ ਨਾਲ, ਜੋ ਵੀ ਉਸ ਸਮੇਂ ਦੇ ਨਾਲ ਜੋ ਚੱਲ ਰਿਹਾ ਸੀ ਵਰਤਾਰਾ, ਜੋ ਉਹਨਾਂ ਦੇ ਨਾਲ ਅਸਹਿਮਤੀ ਸੀ ਉਹ ਬੇਸਿਕਲੀ ਉਹਨਾਂ ਦੀ ਸੀਗੀ ਮਕੈਨੀਕਲ ਵਿਵਸਥਾ, ਜਿਹਨੂੰ ਆਪਾਂ ਕਰਮਕਾਂਡ ਕਹਿੰਦੇ ਹਾਂ, ਉਹਦੇ ਨਾਲ।
ਹੁਣ ਇਹ ਦੋ ਨੁਕਤੇ ਹੈ, ਦੋ ਪੁਆਇੰਟ ਹੈ, ਇਹਨਾਂ ਨੂੰ ਆਪਣੇ ਜ਼ਹਿਨ ਦੇ ਵਿੱਚ, ਆਪਣੇ ਦਿਮਾਗ 'ਚ ਰੱਖ ਲਿਓ। ਆਪਾਂ ਅਖੀਰ ਤੇ ਇਸੇ ਬਾਰੇ ਹੀ ਗੱਲ ਕਰਾਂਗੇ। ਮਕੈਨੀਕਲ, ਇੱਕ ਤਾਂ ਹੋ ਗਿਆ ਮਕੈਨੀਕਲ ਵਿਵਸਥਾ ਤੇ ਦੂਸਰੀ ਗੱਲ ਹੋ ਗਈ ਕਰਮਕਾਂਡ। ਇਹਨਾਂ ਦੋਵਾਂ ਨੂੰ ਇਹ ਹੈ ਅਲੱਗ-ਅਲੱਗ, ਪਰ ਇਹ ਬਾਅਦ 'ਚ ਜੁੜ ਜਾਂਦੇ ਆ, ਜਿਹਦੇ ਕਰਕੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਆ ਉਹ ਇਹਨਾਂ ਦੇ ਅਗੇਂਸਟ ਹੋ ਜਾਂਦੇ ਆ। ਹੁਣ ਇਸ ਗੱਲ ਨੂੰ ਸਮਝਦੇ ਹੋਏ ਆਪਾਂ ਅੱਗੇ ਚੱਲਾਂਗੇ, ਪਰ ਇਹ ਜਿਹੜੇ ਦੋ ਨੁਕਤੇ ਇਹਨਾਂ ਨੂੰ ਆਪਣੇ ਦਿਮਾਗ 'ਚ ਰੱਖ ਲਿਓ, ਆਪਣੇ ਨਾਲ ਲੈ ਲਿਓ। ਆਪਾਂ ਅੱਗੇ ਇਹਨਾਂ ਦੇ ਬਾਰੇ ਗੱਲ ਕਰਦੇ ਜਾਵਾਂਗੇ। ਜਦੋਂ ਗੁਰੂ ਨਾਨਕ ਪਾਤਸ਼ਾਹ ਜਨੇਊ ਪਾਉਣ ਤੋਂ ਇਨਕਾਰ ਕਰਦੇ ਨੇ, ਜਾਂ ਜਦੋਂ ਉਹ ਆਰਤੀ ਦੇ ਵਿੱਚ ਧੂਫ ਤੇ ਦੀਵੇ ਦੀ ਗੱਲ ਕਰਦੇ ਨੇ, ਉਹਦੇ ਅਗੇਂਸਟ ਬੋਲਦੇ ਨੇ, ਜਾਂ ਜਦੋਂ ਉਹ ਸੂਰਜ ਨੂੰ ਪਾਣੀ ਦੇਣ ਦੀ ਗੱਲ ਕਰਦੇ ਨੇ ਕਿ ਉਹ ਪਾਣੀ ਦੇ ਰਹੇ, ਉਹਨਾਂ ਦੇ ਉਹ ਸਹਿਮਤ ਨਹੀਂ, ਗੁਰੂ ਨਾਨਕ ਪਾਤਸ਼ਾਹ ਸਹਿਮਤ ਨਹੀਂ ਨੇ, ਤਾਂ ਉਹ ਹਮੇਸ਼ਾ ਹੀ ਜਿਹੜਾ ਹੈ ਉਹ ਇਹਨਾਂ ਕਰਮ ਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ। ਗੁਰੂ ਪਾਤਸ਼ਾਹ ਬੜੇ ਸਾਫ਼ ਕਹਿ ਦਿੰਦੇ ਨੇ, ਮੰਨੇ ਮੱਗ ਨਾ ਚੱਲੇ ਪੰਥ, ਮੰਨੇ ਧਰਮ ਸੇਤੀ ਸੰਬੰਧ, ਕਿ ਜੋ ਫੇਥਫੁਲ ਹੈ, ਜੋ ਪਰਮਾਤਮਾ ਨੂੰ ਮੰਨਣ ਵਾਲਾ ਹੈ, ਉਹ ਕਿਸੇ ਤਰ੍ਹਾਂ ਦੇ ਰਿਲੀਜੀਅਸ ਰਿਚੁਅਲਸ ਦੇ ਵਿੱਚ ਨਹੀਂ ਪੈਂਦਾ। ਉਹਦਾ ਜਿਹੜਾ ਸੰਬੰਧ ਆ ਉਹ ਸਿੱਧਾ ਧਰਮ ਨਾਲ ਹੁੰਦਾ। ਹੁਣ ਇੱਥੇ ਜਿਹੜੀ ਇੱਕ ਗੱਲ ਧਿਆਨ ਦੇਣ ਵਾਲੀ ਹੈ ਉਹ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੋ ਚੀਜ਼ਾਂ, ਦੋ ਹਿੱਸਿਆਂ ਦੇ ਵਿੱਚ ਗੱਲ ਨੂੰ ਵੰਡ ਦਿੰਦੇ ਨੇ, ਇੱਕ ਧਰਮ ਤੇ ਦੂਸਰਾ ਰਿਚੁਅਲਸ। ਹੁਣ ਇੱਥੇ ਜਿਹੜਾ ਮੈਨੂੰ ਸਵਾਲ ਮੇਰੇ ਜ਼ਿਹਨ ਦੇ ਵਿੱਚ ਆਉਂਦਾ ਉਹ ਇਹ ਹੈ ਕਿ ਧਰਮ ਤੇ ਰਿਚੁਅਲ ਦੋ ਅਲੱਗ-ਅਲੱਗ ਚੀਜ਼ਾਂ ਗੁਰੂ ਨਾਨਕ ਪਾਤਸ਼ਾਹ ਦੇ ਅਕੋਰਡਿੰਗ, ਤੇ ਉਹ ਕੀ ਆ, ਉਹਨਾਂ ਦੇ ਵਿੱਚ ਫ਼ਰਕ ਕੀ ਆ, ਕਿਸ ਤਰੀਕੇ ਨਾਲ ਆਪਾਂ ਇਹਨੂੰ ਸਮਝ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਪਊਗਾ ਕਿ ਰਿਚੁਅਲਸ ਦਾ ਇਤਿਹਾਸ ਕੀ ਹੈ, ਰਿਚੁਅਲ ਹੈ ਕੀ। ਰਿਚੁਅਲ ਸ਼ਬਦ ਜਿਹੜਾ ਹੈ, ਜਿਹਨੂੰ ਆਪਾਂ ਰੀਤੀ ਰਿਵਾਜ ਵੀ ਕਹਿੰਦੇ ਆ, ਉਹੀ ਬੇਸਿਕਲੀ ਤੁਹਾਡੇ ਕਰਮਕਾਂਡ ਬਣ ਜਾਂਦੇ ਨੇ। ਉਹ ਕਿੱਦਾਂ, ਉਹ ਆਪਾਂ ਡਿਸਕਸ ਕਰਾਂਗੇ। ਜਿਹੜਾ ਰੀਤੀ ਰਿਵਾਜ ਨੇ, ਉਹ ਜਿਹੜਾ ਰਿਚੁਅਲ ਵਰਡ ਹੈ ਉਹ ਸਭ ਤੋਂ ਪਹਿਲਾਂ ਇੰਗਲਿਸ਼ ਡਿਕਸ਼ਨਰੀ ਵਿੱਚ 1600 ਦੇ ਵਿੱਚ ਦਰਜ ਹੋਇਆ, ਔਰ ਉਸ ਦਾ ਮਤਲਬ ਜਿਹੜਾ ਸੀਗਾ ਉਹ ਬਹੁਤ ਇੱਕ ਖੁੱਲ੍ਹਾ ਸੀ ਕਿ ਕਿਸੇ ਵੀ ਸੁਸਾਇਟੀ ਨੂੰ ਆਪਣੇ ਆਪ ਨੂੰ ਇੱਕ ਔਰਗਨਾਈਜ਼ਡ ਫਾਰਮ ਦੇਣ ਵਾਸਤੇ ਆਪਣੇ ਲਈ ਕੁਝ ਰੂਲਸ ਨਿਰਧਾਰਿਤ ਕਰਨੇ ਹੁੰਦੇ ਆ। ਉਹਨਾਂ ਰੂਲਸ ਨੂੰ ਹੀ ਔਰ ਕੁਝ ਉਸ ਟਾਈਮ ਦੇ ਉੱਪਰ ਕੁਝ ਕਰਨਾ ਹੁੰਦਾ, ਕੋਈ ਕੰਮ ਕਰਨੇ ਹੁੰਦੇ ਆ, ਉਹਨਾਂ ਨੂੰ ਉਹ ਇੱਕ ਨਿਰਧਾਰਿਤ ਆਪਣੇ ਆਪ ਨੂੰ ਇੱਕ ਔਰਗਨਾਈਜ਼ਡ ਫਾਰਮ ਦੇਣ ਲਈ ਕੋਈ ਵੀ ਸੁਸਾਇਟੀ ਜਿਹੜੀ ਆ ਉਹ ਰਿਚੁਅਲਸ ਨੂੰ ਪੈਦਾ ਕਰਦੀ ਆ। ਇਹ ਇੰਗਲਿਸ਼ ਡਿਕਸ਼ਨਰੀ ਦੀ ਗੱਲ ਕਰ ਰਹੀ ਹਾਂ ਮੈਂ। ਹੁਣ ਡੋਨਲਡ ਬਰਾਊਨ ਦੀ ਇੱਕ ਕਿਤਾਬ ਹੈ ਹਿਊਮਨ ਯੂਨੀਵਰਸਲਿਜ਼ਮ। ਉਹ ਇਹ ਕਹਿੰਦਾ ਹੈ ਕਿ ਰਿਚੁਅਲਸ ਆਰ ਫੀਚਰਸ ਆਫ ਆਲ ਸੁਸਾਇਟੀ। ਕੋਈ ਵੀ ਸੁਸਾਇਟੀ ਉਹਦੇ ਅਕੋਰਡਿੰਗ ਰਿਚੁਅਲਸ ਤੋਂ ਬਗੈਰ ਹੈ ਨਹੀਂ। ਹੁਣ ਇੱਥੇ ਫਿਰ ਗੱਲ ਇਹ ਆਉਂਦੀ ਆ ਕਿ ਜੇ ਕੋਈ ਵੀ ਸੁਸਾਇਟੀ ਰਿਚੁਅਲਸ ਦੇ ਬਗੈਰ ਨਹੀਂ ਹੈ, ਤੇ ਫਿਰ ਇੱਕ ਸੁਸਾਇਟੀ ਨੂੰ ਦੂਸਰੀ ਸੁਸਾਇਟੀ ਦੇ ਨਾਲ ਪ੍ਰੋਬਲਮ ਕੀ ਹੋ ਜਾਂਦੀ ਆ। ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਪੁਆਇੰਟ ਆਫ ਵਿਊ ਤੋਂ ਸਮਝਾਂਗੇ, ਪਰ ਪਹਿਲਾਂ ਆਪਾਂ ਜਨਰਲੀ ਸਮਝਣ ਦੀ ਕੋਸ਼ਿਸ਼ ਕਰੀਏ। ਤਾਂ ਇੱਕ ਹੋਰ ਕਿਤਾਬ ਹੈ ਆਰਕੀਓਲੋਜੀ ਆਫ ਰਿਚੁਅਲਸ। ਉਹਦੇ ਵਿੱਚ ਐਵੈਂਜਲਸ ਕੈਰੀਕਿਡੀਜ਼ ਕਰਕੇ ਰਾਈਟਰ ਹੈ, ਉਹ ਕੀ ਬੋਲਦੇ ਆ, ਉਹ ਕਹਿੰਦੇ ਆ ਕਿ ਦੋ ਹਿੱਸੇ ਹੁੰਦੇ ਆ ਸੁਸਾਇਟੀ ਦੇ। ਇੱਕ ਹੁੰਦਾ ਆ ਐਮਿਕ ਤੇ ਇੱਕ ਹੁੰਦਾ ਐਟਿਕ। ਐਮਿਕ ਹਿੱਸਾ ਜਿਹੜਾ ਹੁੰਦਾ ਉਹ ਇਨਸਾਈਡਰ ਆਫ ਦੀ ਸੁਸਾਇਟੀ ਹੁੰਦਾ, ਐਟਿਕ ਹਿੱਸਾ ਆਊਟਸਾਈਡਰ ਆਫ ਦੀ ਸੁਸਾਇਟੀ ਹੁੰਦਾ। ਹੁਣ ਉਹ ਕਹਿੰਦਾ ਹੈ ਕਿ ਜਿਹੜੇ ਆਊਟਸਾਈਡਰਸ ਹੁੰਦੇ ਆ ਉਹ ਕਦੀ ਵੀ ਇਨਸਾਈਡਰਸ ਦੀ ਗੱਲ ਨੂੰ ਸਮਝ ਨਹੀਂ ਪਾਉਂਦੇ। ਇਨਸਾਈਡਰਸ ਨੇ ਕਿਉਂਕਿ ਆਪਣੀ ਸੁਸਾਇਟੀ ਦੇ ਹਿਸਾਬ ਨਾਲ ਆਪਣੇ ਰਿਚੁਅਲਸ ਬਣਾਏ ਹੁੰਦੇ ਆ। ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਆਊਟਸਾਈਡਰ ਆ ਉਹਨੂੰ ਕਿਉਂਕਿ ਉਹ ਸੁਸਾਇਟੀ ਬਾਰੇ ਕੁਝ ਪਤਾ ਨਹੀਂ, ਇਸ ਕਰਕੇ ਉਹਨੂੰ ਸਾਰਾ ਕੁਝ ਇਲੌਜੀਕਲ ਲੱਗਦਾ ਆ। ਸੋ ਦਿਸ ਇਜ਼ ਹਾਊ ਦੀ ਕੌਨਫਲਿਕਟ ਡਿਵੈਲਪਸ। ਖੈਰ, ਹੁਣ ਇਹ ਗੱਲ ਜਦੋਂ ਆਪਾਂ ਕਰਾਂਗੇ ਤਾਂ ਇਹਦੀ ਕਿਤੇ ਨਾ ਕਿਤੇ ਕੁਝ ਲੈਵਲ ਤੱਕ ਇਹ ਸੱਚਾਈ ਵੀ ਹੈ। ਤੁਸੀਂ ਪਿੱਛੇ ਜੇ ਇੱਕ ਹੁਣੇ ਵਿਵਾਦ ਸ਼ੁਰੂ ਹੋਇਆ ਸੀਗਾ ਕਿ ਅਨੁਪਮ ਖੇਰ ਨੇ ਗੁਰਬਾਣੀ ਦੀਆਂ ਲਾਈਨਾਂ ਦੇ ਨਾਲ ਥੋੜ੍ਹੀ ਛੇੜਛਾੜ ਕਰ ਦਿੱਤੀ। ਗੁਰਬਾਣੀ ਮਤਲਬ ਜੋ ਆਪਾਂ ਗੁਰੂ ਗ੍ਰੰਥ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਈ ਆਪਾਂ ਬੋਲਦੇ ਹਾਂ, ਉਹਨੇ ਉਹਦੇ ਨਾਲ ਛੇੜਛਾੜ ਕਰਕੇ ਆਪਣੀ ਨਾਲ ਲਾਈਨਸ ਲਗਾ ਦਿੱਤੀਆਂ, ਅਤੇ ਸਾਨੂੰ ਬਹੁਤ ਬੁਰਾ ਲੱਗਾ। ਕਿਉਂਕਿ ਅਸੀਂ ਸਿੱਖਾਂ ਦੇ ਰਿਚੁਅਲਸ, ਸਿੱਖਾਂ ਦੀ ਜੋ ਵਿਚਾਰਧਾਰਾ ਹੈ ਉਹਦੇ ਅਕੋਰਡਿੰਗ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਗੁਰੂ ਮਹਾਰਾਜ ਦੇ ਲਈ ਵਰਤੇ ਗਏ ਸ਼ਬਦ ਕਿਸੇ ਆਮ ਬੰਦੇ ਲਈ ਵਰਤੇ ਜਾਣ। ਇਹ ਸਾਡੀ ਆਪਣੀ ਵਿਚਾਰਧਾਰਾ ਹੈ। ਪਰ ਹੁਣ ਉਹਨਾਂ ਵੱਲੋਂ ਜੇ ਤੁਸੀਂ ਦੇਖੋ ਤਾਂ ਉਹ ਮੋਦੀ ਸਾਹਿਬ ਦੀ ਆਰਤੀ ਉਚਾਰ ਰਹੇ ਨੇ। ਹੁਣ ਇੱਥੇ ਫ਼ਰਕ ਹੈ, ਉਹਨਾਂ ਦੀ ਵਿਚਾਰਧਾਰਾ ਦੇ ਵਿੱਚ ਬੇਸ਼ੱਕ ਉਹ ਆਰਤੀ ਸ਼ਿਵ ਵਾਸਤੇ ਹੁੰਦੀ ਹੈ, ਕ੍ਰਿਸ਼ਨ ਵਾਸਤੇ ਵੀ ਹੁੰਦੀ ਹੈ, ਨਾਰਾਇਣ ਦੀ ਆਰਤੀ ਹੁੰਦੀ ਹੈ, ਪਰ ਉਹ ਵਿੱਚੇ ਮੋਦੀ ਦੀ ਆਰਤੀ ਵੀ ਆ, ਔਰ ਉਹ ਸਾਰੇ ਬਰਦਾਸ਼ਤ ਕਰ ਰਹੇ ਨੇ ਕਿਉਂਕਿ ਉਹਨਾਂ ਵਾਸਤੇ ਇਹ ਜਾਇਜ਼ ਆ। ਹੁਣ ਸਾਡੇ ਲਈ ਇਹ ਜਾਇਜ਼ ਨਹੀਂ। ਸੋ ਇੱਥੋਂ ਤੱਕ ਤਾਂ ਜਿਹੜੀ ਇਵੈਂਜਲਸ ਦੀ ਗੱਲ ਆ ਉਹ ਬਿਲਕੁਲ ਸਹੀ ਆ ਕਿ ਇੱਕ ਐਟਿਕ ਹੁੰਦਾ ਆ, ਇੱਕ ਐਮਿਕ ਹੁੰਦਾ ਆ। ਐਟਿਕ ਜਿਹੜਾ ਆ ਉਹ ਗੱਲ ਨਹੀਂ ਸਮਝ ਪਾਉਂਦਾ, ਐਮਿਕ ਦੀ ਜਿਹੜੀ ਇਨਸਾਈਡਰ ਹੁੰਦੇ ਆ ਉਹਨਾਂ ਦੀਆਂ ਗੱਲਾਂ ਨਹੀਂ ਸਮਝ। ਪਰ ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਾਂਗੇ ਉੱਥੇ ਇਹ ਗੱਲ ਲਾਗੂ ਨਹੀਂ ਹੋਊਗੀ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ
ਸਿਰਫ ਇਸ ਕਰਕੇ ਜਨੇਊ ਪਾਉਣ ਤੋਂ ਮਨਾ ਨਹੀਂ ਕੀਤਾ ਕਿ ਮੈਂ ਆਊਟਸਾਈਡਰ ਹਾਂ, ਨਹੀਂ। ਉਹਨਾਂ ਨੇ ਪਹਿਲਾਂ ਉਸ ਗੱਲ ਨੂੰ ਸਮਝਿਆ, ਉਹਨਾਂ ਨੇ ਬਕਾਇਦਾ ਪੰਡਿਤ ਨੂੰ ਪੁੱਛਿਆ ਕਿ ਤੂੰ ਇਹ ਜਨੇਊ ਮੈਨੂੰ ਕਿਉਂ ਪਵਾ ਰਿਹਾ। ਜਨੇਊ ਪੰਡਿਤ ਕਹਿੰਦਾ ਕਿ ਤੁਸੀਂ ਸਾਡੇ ਧਰਮ ਵਿੱਚ ਆ ਜਾਓਗੇ। ਉਹ ਕਹਿੰਦੇ ਕਿ ਠੀਕ ਆ, ਫਿਰ ਮੇਰੀ ਭੈਣ ਨੂੰ ਵੀ ਪਾਓ। ਅਤੇ ਉਹ ਕਹਿੰਦਾ ਕਿ ਨਹੀਂ, ਇਹਨੂੰ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਹ ਔਰਤ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਹੈ ਨਾ, ਉਹ ਉਹਨਾਂ ਨਾਲੋਂ ਵਿਚਾਰਧਾਰਾ ਦੀ ਜਿਹੜੀ ਇੱਥੋਂ ਉਹਨਾਂ ਦੀ ਅਲੱਗ ਹੋ ਜਾਂਦੀ ਹੈ, ਕਿਉਂਕਿ ਉਹ ਕਹਿੰਦੇ ਆ ਕਿ ਜੇ ਉਹਨੂੰ ਨਹੀਂ ਪਾਇਆ ਜਾ ਸਕਦਾ ਤਾਂ ਮੈਨੂੰ ਵੀ ਇਹੋ ਜਿਹੇ ਧਰਮ ਦੀ ਕੋਈ ਲੋੜ ਨਹੀਂ। ਜੇ ਤੇ ਮੇਰੀ ਭੈਣ ਨਹੀਂ ਐਂਟਰ ਕਰ ਸਕਦੀ, ਮੈਂ ਕੀ ਐਂਟਰ ਕਰਕੇ ਲੈਣਾ ਹੈ। ਹੁਣ ਇਹ ਗੁਰੂ ਨਾਨਕ ਪਾਤਸ਼ਾਹ, ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਆਊਟਸਾਈਡਰ ਸੀ ਅਤੇ ਉਹ ਸਮਝੇ ਨਹੀਂ। ਉਹਨਾਂ ਨੇ ਬਕਾਇਦਾ ਸਮਝਣ ਦੀ ਕੋਸ਼ਿਸ਼ ਕੀਤੀ। ਉਹਨੂੰ ਕਿਹਾ ਕਿ ਤੂੰ ਮੈਨੂੰ ਸਮਝਾ, ਜੇ ਜੋ ਤੇਰੇ ਪੱਲੇ ਹੈ ਤੂੰ ਮੈਨੂੰ ਦੱਸ। ਜੋ ਉਹਦੇ ਪੱਲੇ ਸੀ ਉਹਨੇ ਦੱਸਿਆ, ਉਹਨੇ ਸਮਝਾਇਆ, ਅਤੇ ਉਹ ਗੱਲ ਗੁਰੂ ਨਾਨਕ ਪਾਤਸ਼ਾਹ ਨਾਲ ਨੂੰ ਗਵਾਰਾ ਨਹੀਂ ਗੁਜ਼ਰੀ ਔਰ ਇਸ ਕਰਕੇ ਉਹ ਉਹਨਾਂ ਨਾਲ ਅਸਹਿਮਤ ਹੋ ਗਏ। ਹੁਣ ਇਹ ਤਾਂ ਗੱਲ ਆ ਗਈ ਕਿ ਇੱਥੋਂ ਤੱਕ ਕਿ ਗੁਰੂ ਪਾਤਸ਼ਾਹ ਉਹਨਾਂ ਨਾਲ ਅਸਹਿਮਤ ਕਿਉਂ ਹੁੰਦੇ ਨੇ। ਹੁਣ ਪ੍ਰੋਬਲਮ ਕੀ ਆ ਕਿ ਜਿਹੜਾ ਪੰਡਿਤ ਹੈ ਉਹ ਆਪਣੀ ਗੱਲ ਸਹੀ ਤਰ੍ਹਾਂ ਰੱਖ ਸਕਿਆ? ਕਿਆ ਉਹ ਦੱਸ ਸਕਿਆ ਕਿ ਜਨੇਊ, ਕਿਉਂਕਿ ਉਹਨੂੰ ਤਾਂ ਪਤਾ ਹੀ ਨਹੀਂ, ਉਹ ਆਪ ਕਹਿੰਦਾ ਕਿ ਉਹ ਔਰਤ ਹੈ, ਉਹਨੂੰ ਜਨੇਊ ਪਾਉਣ ਦਾ ਹੱਕ ਨਹੀਂ, ਜਦ ਕਿ ਵੇਦਾਂ ਦੇ ਵਿੱਚ ਔਰਤ ਨੂੰ ਜਨੇਊ ਪਾਉਣ ਦਾ ਹੱਕ ਸੀ। ਇਹ ਹਮੇਸ਼ਾ ਤੋਂ ਹੀ ਸੀ, ਪਰ ਇਹ ਕਿਉਂ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਆਪ ਘੜ ਲਈਆਂ, ਉਹ ਕਿੱਦਾਂ, ਉਹ ਆਪਾਂ ਹੁਣ ਅੱਗੇ ਡਿਸਕਸ ਕਰਾਂਗੇ। ਇੱਥੋਂ ਸਾਡੀ ਗੱਲ ਸ਼ੁਰੂ ਹੁੰਦੀ ਆ ਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ ਹੈ ਉਹ ਇੱਕ ਆਊਟਸਾਈਡਰ ਦੀ ਤਰ੍ਹਾਂ ਬਿਲਕੁਲ ਨਹੀਂ ਦੇਖਦੇ। ਉਹ ਬਕਾਇਦਾ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ, ਅਗਲੇ ਬੰਦੇ ਨੂੰ ਮੌਕਾ ਦਿੰਦੇ ਆ ਕਿ ਤੂੰ ਮੈਨੂੰ ਸਮਝਾ। ਇੱਥੋਂ ਤੱਕ ਕਿ ਜਦੋਂ ਉਹ ਪੰਡਤਾਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਉੱਧਰ ਪਾਣੀ ਕਿਉਂ ਪਾ ਰਹੇ ਹੋ, ਅਤੇ ਉਹ ਪੁੱਛਦੇ ਆ, ਉਹਨਾਂ ਕੋਲੋਂ ਸਵਾਲ ਕਰਦੇ ਆ, ਫਿਰ ਉਹ ਜਵਾਬ ਦਿੰਦੇ ਆ ਕਿ ਸਾਡੇ ਪਿੱਤਰਾਂ ਨੂੰ ਪਾਣੀ ਜਾਊਗਾ। ਫਿਰ ਗੁਰੂ ਨਾਨਕ ਪਾਤਸ਼ਾਹ ਆਪਣਾ ਲੌਜਿਕ ਦਿੰਦੇ ਆ ਅਤੇ ਉਹਨਾਂ ਕੋਲ ਉਸ ਲੌਜਿਕ ਦਾ ਕੋਈ ਜਵਾਬ ਨਹੀਂ ਹੁੰਦਾ। ਸੋ ਗੁਰੂ ਨਾਨਕ ਪਾਤਸ਼ਾਹ ਬਕਾਇਦਾ ਚੀਜ਼ਾਂ ਨੂੰ ਤਰਕ ਦੇ ਆਧਾਰ ਦੇ ਉੱਤੇ ਪਰਖਦੇ ਨੇ, ਫਿਰ ਪਰਖਣ ਤੋਂ ਬਾਅਦ ਉਹਨਾਂ ਦੇ ਨਾਲ ਸਹਿਮਤੀ ਜਾਂ ਅਸਹਿਮਤੀ ਪ੍ਰਗਟਾਉਂਦੇ ਨੇ। ਖੈਰ, ਉਹ ਆਪਾਂ ਦੁਬਾਰਾ ਜਾਂ ਬਾਅਦ ਵਿੱਚ ਅਸੀਂ ਇਹਨੂੰ ਡਿਸਕਸ ਕਰਾਂਗੇ ਕਿ ਇਹ ਜਿਹੜਾ ਤਰਕ ਹੈ ਉਹ ਕਿੰਨਾ ਕੁ ਇੰਪੋਰਟੈਂਟ ਆ, ਉਹ ਬਾਅਦ ਵਿੱਚ ਦੇਖਾਂਗੇ ਆਪਾਂ। ਪਰ ਜਿਹੜੀ ਇੱਥੋਂ ਤੱਕ ਆ, ਹੁਣ ਇਹਦੇ ਵਿੱਚ ਮੈਂ ਕਿਉਂ ਵੈਦਿਕ ਨੌਲੇਜ ਦੀ ਗੱਲ ਕਰ ਰਹੀ ਹਾਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਧਰਮ ਦੀ ਖਿਲਾਫਤ ਕੀਤੀ ਜਾਂ ਜਿਹੜੇ ਧਰਮ ਦੀ ਰੀਤੀ ਰਿਵਾਜਾਂ ਦੀ ਖਿਲਾਫਤ ਕੀਤੀ, ਉਹ ਸਭ ਤੋਂ ਪਹਿਲਾਂ ਹਿੰਦੂ ਧਰਮ ਸੀ। ਇਸ ਕਰਕੇ ਸਾਨੂੰ ਉਹਨਾਂ ਦੇ ਪਰਸਪੈਕਟਿਵ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਬਹੁਤੀ ਜਗ੍ਹਾ ਦੇ ਉੱਤੇ ਇੱਕ ਕਿਤਾਬ, ਇੱਕ ਰਸਾਲਾ ਛਪਦਾ ਵਾਇਲਟ ਗ੍ਰੇ ਕਰਕੇ, ਅਤੇ ਉਹਦੇ ਵਿੱਚ ਜਦੋਂ ਹਿਸਟਰੀ ਆਫ ਰਿਚੁਅਲਸ ਲਿਖੀ ਜਾਂਦੀ ਆ ਤਾਂ ਉਹ ਇਹ ਲਿਖਦੇ ਨੇ ਕਿ ਜਿਹੜੇ ਰਿਚੁਅਲਸ ਨੇ ਉਹ ਸੰਸਕ੍ਰਿਤ ਦੇ ਵਰਡ ਦੇ ਵਿੱਚੋਂ ਨਿਕਲੇ ਆ, ਔਰ ਉਹ ਇਹ ਵੀ ਲਿਖਦੇ ਨੇ ਕਿ ਇਹ ਰਿਚੁਅਲਸ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਕਿਸੇ ਵੀ ਸੁਸਾਇਟੀ ਨੂੰ ਇੱਕ ਪ੍ਰੋਪਰ ਸ਼ੇਪ ਦਿੱਤੀ ਜਾ ਸਕੇ। ਹੁਣ ਇਸੇ ਤਰਜ਼ ਦੇ ਉੱਤੇ ਉਹ ਇੱਕ ਸ਼ੇਪ ਦੇਣ ਲਈ ਜਿਹੜੇ ਹੈ ਉਹ ਕਰਮ ਕਾਂਡ ਵੇਦਾਂ ਦੇ ਵਿੱਚ ਬਕਾਇਦਾ ਨਿਰਧਾਰਿਤ ਕੀਤੇ ਗਏ। ਹੁਣ ਜਿਹੜੇ ਮੈਂ ਵੇਦਾਂ ਦੀ ਗੱਲ ਕਰ ਰਹੀ ਹਾਂ, ਉਹ ਮੈਂ ਉਸ ਟਾਈਮ ਦੀ ਗੱਲ ਕਰ ਰਹੀ ਹਾਂ ਜਦੋਂ ਇੱਕ ਓਰਲ ਲੈਂਗੁਏਜ ਦੇ ਵਿੱਚ ਓਰਲ ਹਿਸਟਰੀ ਸੀਗੀ, ਉਸ ਟਾਈਮ ਤੱਕ ਦੀ ਗੱਲ ਕਰ ਰਹੀ ਹਾਂ। ਬਕਾਇਦਾ ਉਸ ਤਰਜ਼ ਦੇ ਉੱਤੇ ਜਿਹੜੇ ਵੇਦ ਹੈ ਉਹਨਾਂ ਦੇ ਵਿੱਚ ਕਰਮਕਾਂਡ ਨਿਰਧਾਰਿਤ ਕੀਤੇ ਜਾਂਦੇ ਆ। ਕਿਵੇਂ ਕਿ ਅਗਰ ਕੋਈ ਮਰ ਗਿਆ ਤਾਂ ਉਹਦਾ ਕੀ ਹੋਊਗਾ, ਉਹਦੀ ਵਾਈਫ ਕੀ ਕਰੂਗੀ, ਉਹਦਾ ਬੇਟਾ ਕੀ ਕਰੂਗਾ, ਉਹਦਾ ਬੇਟੇ ਦਾ ਮੁੰਡਨ ਹੋਊਗਾ। ਅਗਰ ਕੋਈ ਪੈਦਾ ਹੋ ਗਿਆ ਤਾਂ ਉਦੋਂ ਉਹਦੀ ਮਾਂ ਕੀ ਕਰੂਗੀ, ਜੋ ਬੱਚਾ ਪੈਦਾ ਹੋਇਆ ਹੈ ਉਹਦੇ ਹੱਥ ਦੇ ਨਾਲ ਕੀ ਬੰਨਿਆ ਜਾਊਗਾ। ਸਾਰੇ ਨਿਰਧਾਰਿਤ ਕਰਮਕਾਂਡ ਸੀ, ਔਰ ਇਹ ਬਕਾਇਦਾ ਵੇਦਾਂ ਦੇ ਵਿੱਚ ਕਰਮਕਾਂਡ ਦੱਸੇ ਗਏ, ਨਿਰਧਾਰਿਤ ਕੀਤੇ ਗਏ। ਹੁਣ ਆਪਾਂ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਅੱਖਰ ਸਮਝਣਾ ਪਊਗਾ ਕਿ ਕਰਮਕਾਂਡ ਦਾ ਫਿਰ ਮਤਲਬ ਕੀ ਆ। ਵੇਦਾਂ ਨੇ ਜੇ ਇਹਨੂੰ ਨਿਰਧਾਰਿਤ ਕੀਤਾ ਅਤੇ ਗੁਰੂ ਮਹਾਰਾਜ ਨੇ, ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨਾਲ ਅਸਹਿਮਤੀ ਜਤਾਈ, ਅਤੇ ਇਹਦਾ ਮਤਲਬ ਕੀ ਹੋਇਆ। ਇਹਨੂੰ ਸਮਝਣ ਲਈ ਸਾਨੂੰ ਸਭ ਤੋਂ ਪਹਿਲਾਂ ਕਰਮਕਾਂਡ ਸਮਝਣਾ ਪਊਗਾ। ਕਰਮਕਾਂਡ ਦੋ ਅੱਖਰਾਂ ਨਾਲ ਬਣਦਾ, ਇੱਕ ਕਰਮ, ਦੂਸਰਾ ਕਾਂਡ। ਕਰਮ ਕੀ ਹੈ? ਕਰਮ ਹੈ ਤੁਹਾਡਾ ਐਕਟ। ਕਾਂਡ ਕੀ ਹੈ? ਇਵੈਂਟ। ਕਾਂਡ ਦਾ ਮਤਲਬ ਇਵੈਂਟ ਹੁੰਦਾ ਹੈ। ਹੁਣ ਸੂਰਜ ਉੱਗਦਾ ਆ, ਉਹ ਇੱਕ ਇਵੈਂਟ ਹੈ, ਇਹਨੂੰ ਧਿਆਨ ਨਾਲ ਸਮਝ ਲੈਣਾ। ਸੂਰਜ ਉੱਗਦਾ ਹੈ ਤਾਂ ਉਹ ਇੱਕ ਇਵੈਂਟ ਹੈ, ਔਰ ਸੂਰਜ ਉੱਗਣ ਦੇ ਬਾਅਦ ਜੋ ਵੇਦਾਂ ਦੇ ਅਕੋਰਡਿੰਗ, ਜੋ ਵੇਦਾਂ ਨੂੰ ਮੰਨਦੇ ਨੇ, ਉਹਨਾਂ ਦੇ ਲਈ ਇੱਕ ਕਰਮ ਨਿਰਧਾਰਿਤ ਹੈ ਕਿ ਤੁਸੀਂ ਉਹਨੂੰ ਪਾਣੀ ਦੇਣਾ। ਸੋ ਉਹ ਹੋ ਗਿਆ ਕਰਮਕਾਂਡ। ਹੁਣ ਇਹਨੂੰ ਇੱਕ ਬੜੀ ਸਿੰਪਲ ਭਾਸ਼ਾ ਦੇ ਵਿੱਚ ਜਾਂ ਬੜੇ ਲੇਮੈਨਸ ਲੈਂਗੁਏਜ ਵਿੱਚ ਅਗਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤਾਂ ਬੜੇ ਸਰਲ ਸ਼ਬਦਾਂ ਦੇ ਵਿੱਚ, ਬੇਸ਼ੱਕ ਇਹ ਕਰਮਕਾਂਡ ਜਿਹੜੀ ਮੈਂ ਗੱਲ ਕਰਨ ਲੱਗੀ ਹਾਂ ਉਹ ਵੇਦਾਂ ਦੇ ਨਾਲ ਉਹਦਾ ਕੋਈ ਮਤਲਬ ਨਹੀਂ, ਪਰ ਇਹਨੂੰ ਬੜੇ ਸਿੰਪਲ ਲੈਂਗੁਏਜ ਵਿੱਚ ਜੇ ਸਮਝਣਾ ਹੋਏ ਤਾਂ ਇਹਨੂੰ ਇਸ ਤਰ੍ਹਾਂ ਸਮਝੋ ਕਿ ਤੁਸੀਂ ਸਵੇਰੇ ਉੱਠਦੇ ਹੋ, ਕਿਸੇ ਦਾ ਤਰੀਕਾ ਹੁੰਦਾ ਹੈ ਕਿ ਉਹ ਉੱਠਦੇ ਹੀ ਮੂੰਹ ਦੇ ਉੱਤੇ ਹੱਥ ਫੇਰਦਾ, ਕੋਈ ਪਾਣੀ ਪੀਂਦਾ। ਹੁਣ ਸਵੇਰੇ ਉੱਠਣਾ ਤੁਹਾਡਾ ਕਾਂਡ ਹੈ,
ਔਰ ਪਾਣੀ ਪੀਣਾ ਜਾਂ ਕੁਛ ਵੀ ਜੋ ਵੀ ਤੁਸੀਂ ਕਰਦੇ ਹੋ ਸਵੇਰੇ ਸਵੇਰੇ ਉਹ ਤੁਹਾਡਾ ਕਰਮ ਹੈ। ਸੋ ਇਹ ਵੀ ਬੇਸਿਕਲੀ ਇੱਕ ਕਰਮ ਕਾਂਡ ਹੋ ਜਾਂਦਾ ਇਕੱਠਾ ਕਰਕੇ। ਹਰ ਇੱਕ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਦੋ ਹਿੱਸਿਆਂ 'ਚ ਵੰਡੀ ਹੋਈ ਹੈ। ਕਾਂਡ ਤਾਂ ਹੈ ਹੀ ਹੈ, ਇਵੈਂਟ ਤਾਂ ਹੋਣਾ ਹੀ ਹੋਣਾ। ਲਾਈਫ ਵਿਦਆਊਟ ਇਵੈਂਟ ਹੋ ਨਹੀਂ ਸਕਦੀ, ਔਰ ਹਰ ਇਵੈਂਟ ਲਈ ਤੁਹਾਡੇ ਕੋਲ ਕੋਈ ਨਾ ਕੋਈ ਕਰਮ ਵੀ ਮੌਜੂਦ ਹੈ। ਤੁਸੀਂ ਕੋਈ ਨਾ ਕੋਈ ਕਰਮ ਵੀ ਕਰਦੇ ਹੋ। ਇਨਫੈਕਟ ਕਿ ਜਦੋਂ ਤੁਸੀਂ ਸੁੱਤੇ ਹੁੰਦੇ ਹੋ, ਆਪਾਂ ਸੋਚਦੇ ਹਾਂ ਕਿ ਹੁਣ ਆਪਾਂ ਸੋ ਗਏ, ਉਹ ਵੀ ਇੱਕ ਕਾਂਡ ਹੈ, ਉਹ ਤੁਹਾਡੀ ਲਾਈਫ ਦਾ ਇੱਕ ਇਵੈਂਟ ਹੈ, ਔਰ ਉਸ ਇਵੈਂਟ ਵਿੱਚ ਵੀ ਤੁਸੀਂ ਇੱਕ ਕਰਮ ਕਰ ਰਹੇ ਹੋ। ਉਹ ਕਰਮ ਕੀ ਆ? ਬੇਸ਼ੱਕ ਤੁਸੀਂ ਉਦੋਂ ਸੌਂ ਰਹੇ ਹੋ ਔਰ ਤੁਸੀਂ ਸ਼ਾਂਤ ਹੋ, ਉਹ ਸਾਇਲੈਂਸ ਜਿਹੜੀ ਹੈ ਨਾ, ਉਹ ਵੀ ਤੁਹਾਡਾ ਕਰਮ ਹੈ। ਸੋ ਉਹ ਕਰਮ ਕਾਂਡ ਸਾਡੀ ਲਾਈਫ ਦੇ ਨਾਲ ਬੜੇ ਬੁਰੀ ਤਰੀਕੇ ਨਾਲ ਇੰਟੈਂਗਲਡ ਨੇ। ਅਸੀਂ ਕਦੀ ਵੀ ਅਗਰ ਸਿਰਫ ਆਪਾਂ ਲਿਟਰਲ ਮੀਨਿੰਗ ਵੱਲ ਜਾਈਏ ਕਿ ਕਰਮ ਕੀ ਹੈ ਅਤੇ ਕਾਂਡ ਕੀ ਹੈ, ਇਹਦੇ ਲਿਟਰਲ ਮੀਨਿੰਗ ਵੱਲ ਅਗਰ ਆਪਾਂ ਜਾਈਏ ਤਾਂ ਕਰਮ ਕਾਂਡ ਦੋਨੋਂ ਇਕੱਠੇ ਕਰਕੇ ਦੇਖੇ ਜਾਣ, ਪੂਰੀ ਲਾਈਫ ਕਰਮ ਕਾਂਡਾਂ ਦੇ ਵਿੱਚ ਬੰਨੀ ਹੋਈ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਗੁਰੂ ਨਾਨਕ ਪਾਤਸ਼ਾਹ ਕਰਮ ਕਾਂਡਾਂ ਦੇ ਅਗੇਂਸਟ ਨੇ, ਔਰ ਕਰਮ ਕਾਂਡ ਇੰਨੀ ਬੁਰੀ ਤਰੀਕੇ ਨਾਲ ਲਾਈਫ 'ਚ ਇੰਟੈਂਗਲਡ ਨੇ, ਜਾਂ ਇਹਨਾਂ ਦਾ ਮਤਲਬ ਇੰਨਾ ਸਰਲ ਹੈ, ਇੰਨਾ ਸਿੰਪਲ ਹੈ ਕਿ ਪੂਰੀ ਲਾਈਫ ਆ ਅਤੇ ਪੂਰੀ ਲਾਈਫ ਦੇ ਵਿੱਚ ਤੁਸੀਂ ਹਰ ਟਾਈਮ ਦੇ ਉੱਤੇ ਕੋਈ ਨਾ ਕੋਈ ਇਵੈਂਟ ਹੋਊਗਾ, ਹਰ ਇਵੈਂਟ ਦਾ ਤੁਸੀਂ ਕੋਈ ਨਾ ਕੋਈ ਕੰਮ ਕਰੋਗੇ। ਅਗਰ ਇੰਨਾ ਸਿੰਪਲ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਫਿਰ ਇਹਦੇ ਅਗੇਂਸਟ ਕਿਉਂ ਨੇ? ਗੁਰੂ ਨਾਨਕ ਪਾਤਸ਼ਾਹ ਇਹਦੇ ਵੱਲ ਕਿਉਂ ਕਹਿੰਦੇ ਨੇ ਕਿ ਕਰਮ ਕਾਂਡਾਂ ਦੇ ਵਿੱਚ ਕਿਉਂ ਨਹੀਂ ਜੀਣਾ ਚਾਹੀਦਾ? ਗੁਰੂ ਮਹਾਰਾਜ ਇਹ ਕਿਉਂ ਕਹਿ ਦਿੰਦੇ ਨੇ, ਹਰ ਨਾਮੇ ਤੁਲ ਨਾ ਪੁੱਜਈ ਜੇ ਲੱਖ ਕੋਟ ਕਰਮ ਕਮਾਏ? ਉਹ ਕਿਉਂ ਕਹਿੰਦੇ ਨੇ ਕਿ ਬੇਸ਼ੱਕ ਤੁਸੀਂ ਲੱਖਾਂ ਕੋਟੀ ਕਰਮ ਕਮਾਉਂਦੇ ਰਹੋ ਪਰ ਤੁਸੀਂ ਹਰ ਦੇ ਨਾਮ ਤੱਕ ਨਹੀਂ ਪਹੁੰਚ ਸਕਦੇ? ਉਹ ਇਹ ਗੱਲ ਕਿਉਂ ਕਹਿੰਦੇ ਨੇ? ਉਹ ਇਹ ਗੱਲ ਕਿਉਂ ਕਹਿੰਦੇ ਨੇ, ਸਰੇ ਸ਼ਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ? ਉਹ ਕਿਉਂ ਕਹਿੰਦੇ ਨੇ ਕਿ ਬੇਸ਼ੱਕ ਤੁਸੀਂ ਸ਼ਰੀਅਤ ਨੂੰ ਜਿੰਨਾ ਮਰਜ਼ੀ ਰੀਥਿੰਕ ਕਰੀ ਜਾਓ, ਪਰ ਜਦ ਤੱਕ ਤੁਸੀਂ ਅੰਡਰਸਟੈਂਡ ਨਹੀਂ ਕਰਦੇ ਤਦ ਤੱਕ ਤੁਸੀਂ ਕਿਸੇ ਜਗ੍ਹਾ 'ਤੇ ਨਹੀਂ ਪਹੁੰਚ ਸਕਦੇ। ਹੁਣ ਇਹ ਦੋਨਾਂ ਹੀ ਤੁਕਾਂ ਦੇ ਵਿੱਚ ਜਿਹੜੇ ਆਪਾਂ ਸਵਾਲ ਕਰਦੇ ਆ ਰਹੇ ਹਾਂ ਕਰਮ ਕਾਂਡਾਂ ਨੇ ਲੈ ਕੇ, ਉਹਦਾ ਜਵਾਬ ਛੁਪਿਆ ਹੋਇਆ। ਗੁਰੂ ਨਾਨਕ ਪਾਤਸ਼ਾਹ ਆਪਣੇ ਆਪ ਹੀ ਇਹ ਪਹਿਲਾਂ ਉਹ ਦੱਸ ਦਿੰਦੇ ਨੇ ਕਿ ਤੁਸੀਂ ਚਾਹੇ ਲੱਖ ਕੋਟ ਕਰਮ ਕਰੀ ਚੱਲੋ, ਤੁਸੀਂ ਪਾਰ ਨਹੀਂ ਹੋ ਸਕਦੇ, ਤੁਸੀਂ ਨਾਮ ਨੂੰ ਨਹੀਂ ਪਾ ਸਕਦੇ, ਕਰਮਾਂ ਦੇ ਨਾਲ ਨਾਮ ਨਹੀਂ ਪਾਏ ਜਾ ਸਕਦੇ। ਇੱਕ ਗੱਲ। ਦੂਸਰੀ ਗੱਲ ਉਹ ਕਹਿ ਦਿੰਦੇ ਨੇ ਕਿ ਜਿੰਨਾ ਮਰਜ਼ੀ ਸੋਚੀ ਜਾਓ, ਪਰ ਜਦ ਤੱਕ ਤੁਸੀਂ ਅੰਡਰਸਟੈਂਡ ਨਹੀਂ ਕਰਦੇ, ਜਦ ਤੱਕ ਤੁਸੀਂ ਉਹਨੂੰ ਆਪਣੇ ਅੰਦਰ ਵਸਾਉਂਦੇ ਨਹੀਂ, ਤਦ ਤੱਕ ਤੁਸੀਂ ਪਾਰ ਨਹੀਂ ਪਾ ਸਕਦੇ। ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਪੂਰਾ ਫਲਸਫਾ ਹੈ ਕਿ ਕਿਹੜੇ ਕਰਮ ਕਾਂਡ ਗੁਰੂ ਨਾਨਕ ਵਾਸਤੇ ਉਹ ਕਰਮ ਕਾਂਡ ਬਣ ਜਾਂਦੇ ਨੇ ਜਿਹਨੂੰ ਉਹ ਮਨਾ ਕਰਦੇ ਨੇ। ਵੈਦਿਕ ਨੌਲੇਜ ਦੇ ਕਿਹੜੇ ਕਰਮ ਕਾਂਡ ਉਹਨਾਂ ਲਈ ਉਹ ਕਰਮ ਕਾਂਡ ਨੇ ਜਿਨ੍ਹਾਂ ਬਾਰੇ ਉਹ ਕਹਿੰਦੇ ਨੇ ਕਿ ਮੇਰਾ ਪੰਥ ਇਹਦੇ ਵੱਲ ਨਹੀਂ ਹੋਊਗਾ, ਮੇਰਾ ਪੰਥ ਨਿਰਾਲਾ ਹੋਊਗਾ। ਹੁਣ ਇਸ ਦਾ ਜਵਾਬ ਲੱਭਣ ਵਾਸਤੇ ਮੈਂ ਤੁਹਾਨੂੰ ਇੱਕ ਵਾਰੀ ਫੇਰ ਵੇਦਾਂ ਵੱਲ ਹੀ ਲੈ ਕੇ ਜਾਊਂਗੀ। ਵੇਦ, ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਕਿ ਹਰ ਵੇਦ ਜਿਹੜਾ ਹੈ ਉਹਦੇ ਵਿੱਚ ਕਰਮ ਕਾਂਡ ਨਿਰਧਾਰਿਤ ਨੇ। ਇਹਦੇ ਵਿੱਚ ਇੱਕ ਗੱਲ ਇਹ ਵੀ ਸਮਝ ਲਓ ਬੜੇ ਧਿਆਨ ਨਾਲ ਕਿ ਜਿਹੜਾ ਵੇਦ ਹੈ ਉਹਦੀਆਂ 4 ਸ਼ਾਖਾਵਾਂ, 4 ਹਿੱਸੇ, ਔਰ 4 ਹਿੱਸਿਆਂ ਦੇ ਵਿੱਚੋਂ 2 ਮੇਜਰ ਹਿੱਸੇ ਜਿਹੜੇ ਆ ਉਹ ਕਰਮ ਕਾਂਡ ਨੂੰ ਜਾਂਦੇ ਨੇ ਅਤੇ 2 ਮੇਜਰ ਹਿੱਸੇ ਜਿਹੜੇ ਆ ਉਹ ਗਿਆਨ ਕਾਂਡ ਨੂੰ ਜਾਂਦੇ ਨੇ। ਬੇਸਿਕਲੀ ਵੇਦਾਂ ਨੂੰ ਅਗਰ ਸਮਝਣਾ ਹੋਏ ਤਾਂ 2 ਹਿੱਸਿਆਂ 'ਚ ਸਮਝਿਆ ਜਾ ਸਕਦਾ, ਕਰਮ ਕਾਂਡ ਅਤੇ ਗਿਆਨ ਕਾਂਡ। ਹੁਣ ਕਰਮ ਕਾਂਡ ਕੀ ਹੈ? ਕਰਮ ਕਾਂਡ ਜਿਹੜਾ ਹੈ ਉਹ ਸਮਹਿਤਾ ਅਤੇ ਬ੍ਰਾਹਮਣਾਸ ਦੇ ਵਿੱਚ ਆਉਂਦਾ ਹੈ, ਔਰ ਗਿਆਨ ਕਾਂਡ ਜਿਹੜਾ ਹੈ ਉਹ ਉਪਨਿਸ਼ਦ ਅਤੇ ਅਰਿਅੰਕਾਸ ਦੇ ਵਿੱਚ ਆਉਂਦਾ। ਕਰਮ ਕਾਂਡ ਦੀ ਜਦੋਂ ਗੱਲ ਹੁੰਦੀ ਹੈ ਤਾਂ ਉਹਦੇ ਬਾਰੇ ਵੇਦਾਂ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਕਿ ਦੇਵੀ ਦੀ ਪੂਜਾ ਕਿੱਦਾਂ ਕਰਨੀ ਹੈ, ਦੇਵਤਾ ਦੀ ਪੂਜਾ ਕਿੱਦਾਂ ਕਰਨੀ ਹੈ, ਤੁਸੀਂ ਕਿਹੜੇ ਰਿਚੁਅਲਸ ਮੰਨੇ ਆ, ਕਿਹੜੇ ਰੀਤ ਰਿਵਾਜ ਮੰਨਣੇ ਆ, ਕੋਈ ਮਰ ਗਿਆ, ਕੋਈ ਜੀ ਗਿਆ, ਕਿਸੇ ਦਾ ਵਿਆਹ ਆ, ਫੇਰੇ ਪੜ੍ਹਨੇ ਆ, ਉਹ ਸਭ ਕੁਝ ਜਿਹੜਾ ਆ ਉਹ ਕਰਮ ਕਾਂਡਾਂ ਦੇ ਅੰਡਰ ਨਿਰਧਾਰਿਤ ਕੀਤਾ ਗਿਆ। ਗਿਆਨ ਕਾਂਡ ਵਿੱਚ ਆਉਂਦਾ ਹੈ ਕਿ ਤੁਸੀਂ ਪਰਮਾਤਮਾ ਨੂੰ ਕਿੱਦਾਂ ਪਾਉਣਾ, ਪਰਮਾਤਮਾ ਦੇ ਨਾਮ ਤੱਕ ਤੁਸੀਂ ਕਿੱਦਾਂ ਪਹੁੰਚਣਾ, ਉਹ ਆਉਂਦਾ ਹੈ ਗਿਆਨ ਕਾਂਡ ਦੇ ਵਿੱਚ। ਹੁਣ ਇਸੇ ਤਰੀਕੇ ਨਾਲ ਵੇਦਾਂ ਦੇ ਵਿੱਚ 3 ਤਰ੍ਹਾਂ ਦੀਆਂ ਖੁਸ਼ੀਆਂ ਵੀ ਅਵੇਲੇਬਲ ਨੇ। ਇਹ ਗੱਲ ਨਾਲ ਯਾਦ ਰੱਖ ਲਿਓ। ਪਹਿਲਾ ਇਹ ਕਿ ਗਿਆਨ ਕਾਂਡ ਅਤੇ ਕਰਮ ਕਾਂਡ 2 ਹਿੱਸੇ ਨੇ ਵੇਦਾਂ ਦੇ, ਔਰ ਸਾਫ਼ ਦੱਸਿਆ ਗਿਆ ਵੇਦਾਂ ਦੇ ਵਿੱਚ ਕਿ ਜੇ ਤੁਸੀਂ ਜੇ ਤੁਸੀਂ ਰਿਚੁਅਲਸ ਫੋਲੋ ਕਰਨੇ ਹੈ ਤਾਂ ਫਿਰ ਤੁਸੀਂ ਕਰਮ ਕਾਂਡ ਹੈ, ਅਤੇ ਜੇ ਤੁਸੀਂ ਪਰਮਾਤਮਾ ਦਾ ਨਾਮ ਪਾਉਣਾ ਹੈ ਤਾਂ ਫਿਰ ਉਹ ਗਿਆਨ ਕਾਂਡ ਹੈ। ਹੁਣ ਇਸੇ ਤਰਜ਼ ਦੇ ਉੱਤੇ ਚੱਲੀਏ ਤੇ ਵੇਦਾਂ ਦੇ ਵਿੱਚ 3 ਤਰ੍ਹਾਂ ਦੀ ਖੁਸ਼ੀ ਦਾ ਜ਼ਿਕਰ ਆਉਂਦਾ। ਕਿਹੜੀ? ਪਹਿਲੀ ਹੈ ਅਹਕਮ। ਅਹਕਮ ਖੁਸ਼ੀ ਉਹ ਹੈ ਜਿਹੜੀ ਕਿ ਦੁਨਿਆਵੀ ਖੁਸ਼ੀ ਹੈ। ਕਿਸੇ ਦੇ ਬੇਟਾ ਨਹੀਂ ਹੁੰਦਾ,
ਉਹਨੇ ਕੀ ਕਰਨਾ, ਕਿਸੇ ਦੀ ਬੇਟੀ ਨਹੀਂ ਹੈਗੀ ਜਾਂ ਕਿਸੇ ਦੀ ਬੇਟੀਆਂ ਜ਼ਿਆਦਾ, ਬੇਟਾ ਲੈਣਾ, ਉਹ ਜੋ ਵੀ ਸਾਰਾ ਕੁਝ ਚੱਲਦਾ ਹੈ, ਉਹ ਦੁਨਿਆਵੀ ਖੁਸ਼ੀ, ਧਨ ਦੌਲਤ ਕਿਵੇਂ ਇਕੱਠਾ ਕਰਨਾ, ਉਹ ਸਾਰੀ ਦੁਨਿਆਵੀ ਖੁਸ਼ੀ ਨੂੰ ਅਹਕਮ ਬੋਲਿਆ ਜਾਂਦਾ। ਫਿਰ ਆਉਂਦਾ ਆ ਅਮੁਸ਼ਮਿਕਮ। ਅਮੁਸ਼ਮਿਕਮ ਜਿਹੜੀ ਹੈ ਉਹ ਹੈ ਕਿ ਸਵਰਗ ਦੀ ਖੁਸ਼ੀ। ਹੁਣ ਸਵਰਗ ਦੀ ਖੁਸ਼ੀ ਜਿਹੜੀ ਆ ਉਹਦੇ 'ਚ ਸਾਫ਼ ਵੇਦ ਕਹਿੰਦੇ ਨੇ ਕਿ ਦੁੱਖ ਤਾਂ ਆਊਗਾ, ਤਕਲੀਫ ਆਊਗੀ, ਪਰ ਉਹਦੇ ਨਾਲ ਹੋਰ ਕੀ ਆਊਗਾ, ਐਟਰਨਲ ਹੋ ਜਾਊਗਾ। ਦੁਨਿਆਵੀ ਖੁਸ਼ੀ ਐਟਰਨਲ ਨਹੀਂ ਹੁੰਦੀ, ਮਤਲਬ ਉਹ ਕਦੀ ਨਾ ਕਦੀ ਖਤਮ ਹੋ ਜਾਂਦੀ ਆ। ਸਵਰਗ ਦੀ ਖੁਸ਼ੀ ਖਤਮ ਨਹੀਂ ਹੋਊਗੀ, ਪਰ ਤੁਹਾਨੂੰ ਦੁੱਖ ਨਾਲ ਆਊਗਾ। ਔਰ ਤੀਸਰੀ ਖੁਸ਼ੀ ਜਿਹੜੀ ਹੈ ਉਹ ਹੈ ਨਹਿਸ਼੍ਰੇਆਸਮ। ਉਹ ਕੀ ਹੈ? ਉਹਦਾ ਮਤਲਬ ਇਹ ਹੈ ਕਿ ਉਹ ਮੋਕਸ਼ ਦੀ ਖੁਸ਼ੀ ਹੈ, ਕਿ ਉੱਥੇ ਜਿਹੜੀ ਤੁਹਾਨੂੰ ਇੱਕ ਵਾਰੀ ਖੁਸ਼ੀ ਮਿਲ ਗਈ ਉਹ ਫਾਈਨਲ ਹੈ। ਹੁਣ ਇੱਥੇ ਗੱਲ ਮੈਂ ਤੁਹਾਨੂੰ ਇਸ ਕਰਕੇ ਇਹ ਸਾਰਾ ਕੁਝ ਨਹੀਂ ਦੱਸ ਰਹੀ ਕਿ ਆਪਾਂ ਇਹਦੇ ਨਾਲ ਸਹਿਮਤ ਹਾਂ ਕਿ ਨਹੀਂ ਸਹਿਮਤ ਹਾਂ, ਉਹ ਇੱਕ ਅਲੱਗ ਡਿਬੇਟ ਹੈ। ਮੈਂ ਤੁਹਾਨੂੰ ਇਹ ਸਾਰਾ ਕੁਝ ਇਸ ਲਈ ਸਮਝਾ ਰਹੀ ਹਾਂ ਕਿ ਵੇਦਾਂ ਦੇ ਵਿੱਚ ਜੋ ਕਰਮ ਕਾਂਡ ਨਿਰਧਾਰਿਤ ਨੇ ਅਤੇ ਉਹਨਾਂ ਦੇ ਜਿਹੜੇ ਰੂਲਸ ਨੇ ਉਹ ਕੀ ਨੇ, ਉਸ ਤੋਂ ਬਾਅਦ ਆਪਾਂ ਅੱਗੇ ਚੱਲਾਂਗੇ। ਹੁਣ ਇੱਥੋਂ ਤੱਕ ਆ ਕੇ ਨਾਲ ਹੀ ਵੇਦ ਇਹ ਵੀ ਕਹਿ ਦਿੰਦੇ ਨੇ ਕਿ ਜਿਹੜੀਆਂ ਪਹਿਲੀਆਂ ਦੋ ਖੁਸ਼ੀਆਂ ਯਾਨੀ ਕਿ ਸਵਰਗ ਤੱਕ ਦੀ ਖੁਸ਼ੀ, ਉਹ ਤੁਹਾਡੀ ਜਿਹੜੀ ਕਰਮ ਕਾਂਡ ਹੈ ਉਹ ਉਹਦੇ ਨਾਲ ਮਿਲ ਸਕਦੀ ਹੈ। ਤੀਸਰੀ ਖੁਸ਼ੀ ਜਿਹੜੀ ਹੈ ਉਹ ਸਿਰਫ ਅਤੇ ਸਿਰਫ ਪਰਮਾਤਮਾ ਦਾ ਨਾਮ ਲੈਣ ਦੇ ਨਾਲ ਮਿਲ ਸਕਦੀ ਹੈ। ਉਹ ਗਿਆਨ ਦੇ ਵਿੱਚੋਂ ਨਿਕਲਣੀ ਹੈ। ਨਾਮ ਲਓ, ਪਰਮਾਤਮਾ ਦਾ ਨਾਮ, ਜਾਂ ਉਹ ਇੱਕ ਅਲੱਗ ਡਿਬੇਟ ਹੈ ਕਿ ਉਹਨਾਂ ਨੇ ਕੀ ਦੱਸਿਆ ਹੋਇਆ। ਪਰ ਜੇ ਹੁਣ ਤੁਸੀਂ ਹਿੰਦੂ ਸੁਸਾਇਟੀ ਨੂੰ ਅੱਜ ਦੇ ਨਜ਼ਰੀਏ ਨਾਲ ਦੇਖੋ, ਤੁਹਾਨੂੰ ਕਿਤੇ ਵੀ ਲੱਗਦਾ ਹੈ ਕਿ ਕੋਈ ਵੀ ਹਿੰਦੂ ਗਿਆਨ ਦੀ ਗੱਲ ਕਰ ਰਿਹਾ ਹੈ? ਗਿਆਨ ਇਨ ਦਾ ਸੈਂਸ ਕਿ ਨੌਲੇਜ ਨਹੀਂ, ਗਿਆਨ ਕਾਂਡ ਦੀ ਗੱਲ ਕਰਦਾ ਨਹੀਂ। ਉਹਨਾਂ ਦਾ ਜਿਹੜਾ ਪੂਰਾ ਜ਼ੋਰ ਹੈ ਉਹ ਦੇਵੀ ਦੇਵਤਿਆਂ ਨੂੰ ਮੰਨਣ ਮਨਾਉਣ ਔਰ ਦੇਵੀ ਦੇਵਤਿਆਂ ਦੀ ਪੂਜਾ ਔਰ ਇਹ ਸਾਰੇ ਦੇ ਵਿੱਚ ਲੱਗਾ, ਜੋ ਕਿ ਉਹਨਾਂ ਦੇ ਹਿਸਾਬ ਨਾਲ ਗਲਤ ਨਹੀਂ ਵੀ ਆ, ਕਿਉਂਕਿ ਉਹਨਾਂ ਨੂੰ ਦੱਸਿਆ ਗਿਆ ਕਿ ਕਰਮ ਕਾਂਡ ਇਹ ਹੈ। ਪਰ ਕਰਮ ਕਾਂਡ ਦੇ ਉੱਤੇ ਹੀ ਨਿਰਧਾਰਿਤ ਹੋ ਕੇ ਉਹਨਾਂ ਨੇ ਗਿਆਨ ਨੂੰ ਬਿਲਕੁਲ ਪਾਸੇ ਕਰ ਦਿੱਤਾ। ਹੁਣ ਇਹਦੇ ਵਿੱਚੋਂ ਹੀ ਜਦੋਂ ਆਪਾਂ ਅੱਗੇ ਚੱਲਾਂਗੇ, ਹੁਣ ਮੈਂ ਤੁਹਾਨੂੰ ਇਹ ਸਾਰਾ ਕੁਝ ਕਿਉਂ ਦੱਸਿਆ, ਇਹਦੇ ਬਾਰੇ ਕਿਉਂ ਆਪਾਂ ਇਹ ਗੱਲ ਕੀਤੀ, ਉਹਨੂੰ ਸਮਝਣ ਵਾਸਤੇ ਤੁਹਾਨੂੰ ਮੈਂ ਸਿੱਖੀ ਦੇ ਨਾਲ ਇਹਦਾ ਕੀ ਕੰਪੈਰੀਜ਼ਨ ਆ ਆਪਾਂ ਉਹ ਦੇਖਦੇ ਹਾਂ। ਸਮਝਣਾ ਪਊਗਾ ਕਿ ਵੇਦਾਂ ਨਾਲ ਹੋਇਆ ਕੀ, ਐਸਾ ਕੀ ਹੋਇਆ ਕਿ ਹਿੰਦੂ ਸੁਸਾਇਟੀ ਆਪਣਾ ਗਿਆਨ ਛੱਡ ਕੇ ਸਿਰਫ ਕਰਮ ਕਾਂਡਾਂ ਉੱਤੇ ਆਧਾਰਿਤ ਹੋ ਗਈ। ਕਿਉਂਕਿ ਗੁਰੂ ਨਾਨਕ ਦੇ ਫਲਸਫੇ ਨੂੰ ਸਮਝਣ ਲਈ, ਗੁਰੂ ਨਾਨਕ ਕਿਉਂ ਮਨਾ ਕਰਦੇ ਨੇ ਕਰਮ ਕਾਂਡਾਂ ਨੂੰ, ਉਹ ਸਮਝਣ ਲਈ ਇਹ ਬਹੁਤ ਜ਼ਰੂਰੀ ਹੈ ਸਮਝਣਾ ਕਿ ਹਿੰਦੂ ਸੁਸਾਇਟੀ ਨਾਲ ਹੋਇਆ ਕੀ, ਫਿਰ ਹੀ ਤੁਸੀਂ ਆਪਣੀ ਦਸ਼ਾ ਸਮਝ ਸਕੋਗੇ। ਹੁਣ ਇਹਨੂੰ ਜ਼ਰਾ ਧਿਆਨ ਨਾਲ ਦੇਖਿਓ ਔਰ ਨਾਲ ਕੰਪੇਅਰ ਕਰਦੇ ਜਾਇਓ ਜੋ ਮੈਂ ਤੁਹਾਨੂੰ ਦੱਸੂਗੀ ਕਿ ਵੇਦਾਂ ਨਾਲ ਹੋਇਆ ਕੀ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਵੇਦਾਂ ਨੂੰ ਕੁਝ ਲੋਕਾਂ ਨੇ ਪਾਵਰ ਆਪਣੇ ਹੱਥ ਵਿੱਚ ਰੱਖਣ ਲਈ ਵੇਦ ਇੰਨੇ ਕੁ ਜ਼ਿਆਦਾ ਕਠਿਨ ਕਰ ਦਿੱਤੇ। ਇਹ ਕਹਿ ਦਿੱਤਾ ਕਿ ਜਿਹੜਾ ਗਿਆਨ ਕਾਂਡ ਹੈ ਉਹ ਤਾਂ ਤੁਹਾਡੇ ਲਈ ਪੋਸੀਬਲ ਨਹੀਂ, ਉਹ ਤਾਂ ਬਹੁਤ ਔਖਾ ਰਸਤਾ ਹੈ। ਤਾਂ ਤੁਸੀਂ ਕੀ ਕਰੋ, ਤੁਸੀਂ ਸੌਖੇ ਕੰਮ ਕਰੋ, ਔਖੇ ਕੰਮ ਅਸੀਂ ਕਰਾਂਗੇ। ਪੰਡਿਤ ਨੇ ਇਹ ਗੱਲ ਆਮ ਲੋਕਾਂ ਤੱਕ ਪਹੁੰਚਾ ਦਿੱਤੀ ਕਿ ਜਿਹੜੇ ਔਖੇ ਕੰਮ ਹੈ, ਯਾਨੀ ਕਿ ਜਿਹੜਾ ਤੁਸੀਂ ਬੈਠ ਕੇ ਨਾਮ ਦੀ ਪੂਜਾ ਨਾਮ ਸਿਮਰਨਾ ਹੈ ਜਾਂ ਭਗਤੀ ਕਰਨੀ ਹੈ, ਉਹ ਸਭ ਤੁਸੀਂ ਛੱਡ ਦਿਓ। ਸੌਖੇ ਕੰਮ ਤੁਸੀਂ ਕਰ ਲਓ। ਹੁਣ ਸੌਖੇ ਕੰਮ ਕਿਹੜੇ ਆ? ਉੱਥੇ ਜਾ ਕੇ ਚੌਲ ਚੜ੍ਹਾਇਓ, ਤੁਹਾਡਾ ਇਹ ਕੰਮ ਹੋ ਜਾਊਗਾ। ਉੱਥੇ ਦਾਲ ਚੜ੍ਹਾ ਦਿਓ, ਉੱਥੇ ਝਾੜੂ ਚੜ੍ਹਾ ਦਿਓ। ਇਹ ਸਭ ਚੀਜ਼ਾਂ ਜਿਹੜੀਆਂ ਉਹਨਾਂ ਨੇ ਸੌਖੀਆਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਇਨਸਾਨ ਦੀ ਇੱਕ ਫਿਤਰਤ ਹੈ ਕਿ ਜਦੋਂ ਸਾਡੇ ਕੋਲ ਕੋਈ ਸ਼ਾਰਟਕਟ ਹੋਏ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਸ਼ਾਰਟਕਟ ਦੇ ਵਿੱਚ ਅਸੀਂ ਛੇਤੀ ਬਿਲੀਵ ਕਰਦੇ ਹਾਂ ਔਰ ਇਸੇ ਤਰੀਕੇ ਨਾਲ ਬਹੁਤੇ ਲੋਕਾਂ ਨੇ ਗਿਆਨ ਕਾਂਡ ਬਿਲਕੁਲ ਸਾਈਡ 'ਤੇ ਰੱਖ ਦਿੱਤਾ ਔਰ ਉਹ ਕਰਮ ਕਾਂਡ ਫੋਲੋ ਕਰਨੇ ਸ਼ੁਰੂ ਕੀਤੇ ਜਿਹੜੇ ਪੰਡਤ ਉਹਨਾਂ ਨੂੰ ਕਹਿ ਰਿਹਾ ਸੀ, ਜਿਹਦੇ ਵਿੱਚ ਕਿ ਸ਼ਾਰਟਕਟ ਸੀ। ਹੁਣ ਇਸੇ ਚੀਜ਼ ਨੂੰ ਜਰਾ ਆਪਣੇ ਨਾਲ ਕੰਪੇਅਰ ਕਰਕੇ ਦੇਖਿਓ, ਘਰ ਆਪਾਂ ਵੀ ਕੁਝ ਐਵੇਂ ਹੀ ਰਹੇ ਹਾਂ। ਅਸੀਂ ਇੱਥੋਂ ਬੈਠੇ ਦਰਬਾਰ ਸਾਹਿਬ ਆਪਣੇ ਕਿਸੇ ਦੋਸਤ ਨੂੰ ਫੋਨ ਕਰ ਦਿੰਦੇ ਕਿ ਮੇਰੇ ਇੰਨੇ ਕੁ ਪੈਸੇ ਜਮ੍ਹਾਂ ਕਰਾ ਦੀ, ਮੈਂ ਅਖੰਡ ਪਾਠ ਕਰਾਉਣਾ ਅਤੇ ਮੈਂ ਆਪ ਨਹੀਂ ਆ ਸਕਦਾ ਕਿਉਂਕਿ ਮੈਨੂੰ ਛੁੱਟੀ ਨਹੀਂ ਮਿਲਣੀ। ਜਾਂ ਅਸੀਂ ਆਪਣੇ ਘਰ ਅਖੰਡ ਪਾਠ ਸ਼ੁਰੂ ਕਰਵਾ ਲੈਂਦੇ ਹਾਂ ਅਤੇ ਆਪ ਅਸੀਂ ਬਾਹਰ ਆਪਣੇ ਦੋਸਤਾਂ ਮਿੱਤਰਾਂ ਨੂੰ ਉਹਨਾਂ ਨੂੰ ਮਿਲਣਾ ਸ਼ੁਰੂ ਕਰ ਦਿੰਦੇ ਹਾਂ। ਉਹ ਬੇਸਿਕਲੀ ਕੀ ਆ? ਤੁਸੀਂ ਇੱਕ ਸ਼ਾਰਟਕਟ ਲੱਭ ਰਹੇ ਹੋ। ਜੋ ਕੰਮ ਪੰਡਤ ਨੇ ਕੀਤਾ ਸੀ ਕਿ ਤੁਸੀਂ ਜਾ ਕੇ ਆ ਸ਼ਾਰਟਕਟ ਲਓ, ਛੋਟੇ ਕੰਮ ਤੁਸੀਂ ਕਰੋ, ਵੱਡੇ ਕੰਮ ਜਿਹੜੇ ਉਹ ਮੈਂ ਕਰੂੰਗਾ, ਔਖੇ ਕੰਮ ਮੈਂ ਕਰੂੰਗਾ, ਉਹ ਤੁਸੀਂ ਕਰ ਰਹੇ ਆ। ਤੁਸੀਂ ਕੀ ਕੀਤਾ ਕਿ ਤੁਸੀਂ ਪਾਵਰ ਸਾਰੀ ਦੇਤੀ ਇੱਕ ਬੰਦੇ ਦੇ ਹੱਥ ਵਿੱਚ। ਤੁਸੀਂ ਉਹਨਾਂ ਨੂੰ ਕਹਿ ਦਿੱਤਾ ਕਿ ਹਾਂਜੀ ਆਹੀ ਲੋਕ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਪੁਜਾਰੀਵਾਦ ਕੁਛ ਨਹੀਂ, ਇਹ ਤੁਸੀਂ ਔਰ ਅਸੀਂ ਆਪ ਬਣਾਇਆ।
ਅਸੀਂ ਆਪਣੇ ਭਾਈ ਸਾਹਿਬ ਹੁਣਾਂ ਨੂੰ ਕਿਹਾ ਕਿ ਤੁਸੀਂ ਜੀ ਪਾਠ ਕਰੋ। ਉਹਨਾਂ ਦਾ ਤਾਂ ਕੋਈ ਕਸੂਰ ਨਹੀਂ, ਉਹ ਤਾਂ ਪਾਠ ਕਰਨ ਲੱਗ ਜਾਂਦੇ ਆ। ਉਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਪ੍ਰਕਾਸ਼ ਕਰਦੇ ਉਸ ਤੋਂ ਬਾਅਦ ਅਖੰਡ ਪਾਠ ਸ਼ੁਰੂ ਹੋ ਜਾਂਦਾ। ਤੁਹਾਡਾ ਮੇਰਾ ਫਰਜ਼ ਸੀ ਕਿ ਉੱਥੇ ਬੈਠ ਕੇ ਸੁਣਨਾ, ਪਰ ਅਸੀਂ ਸੁਣਿਆ ਨਹੀਂ, ਕਿਉਂਕਿ ਸਾਨੂੰ ਤਾਂ ਸ਼ਾਰਟਕਟ ਚਾਹੀਦੀ ਆ। ਅਸੀਂ ਵੀ ਬਿਲਕੁਲ ਹਿੰਦੂ ਸੁਸਾਇਟੀ ਵਾਂਗੂ ਸ਼ਾਰਟਕਟ ਮਾਰਦੇ ਹੋਏ ਬਾਹਰ ਚਲੇ ਗਏ ਔਰ ਭਾਈ ਜੀ ਆਪਣਾ ਕੰਮ ਕਰਕੇ ਚਲੇ ਗਏ। ਔਰ ਅਸੀਂ ਇਹ ਸੋਚਿਆ ਕਿ ਬਸ ਮੈਂ ਆਪਣੇ ਘਰ 'ਚ ਅਖੰਡ ਪਾਠ ਕਰਾ ਲਿਆ, ਮੈਨੂੰ ਇਹਦਾ ਫਲ ਮਿਲ ਜਾਣਾ। ਇਹੀ ਕੰਮ ਉਹਨਾਂ ਲੋਕਾਂ ਨਾਲ ਹੋਇਆ। ਖੈਰ, ਉਹਦੇ ਵਿੱਚ ਇਹ ਸੀ ਕਿ ਪੰਡਿਤ ਨੇ ਪਾਵਰ ਆਪਣੇ ਹੱਥ 'ਚ ਰੱਖਣ ਲਈ ਲੋਕਾਂ ਨੂੰ ਇਸ ਪਾਸੇ ਲਾਇਆ ਕਿ ਤੁਸੀਂ ਸਿਰਫ ਸਾਨੂੰ ਦਕਸ਼ਨਾ ਦਿਓ, ਤੁਹਾਡੇ ਕੰਮ ਸਾਰੇ ਅਸੀਂ ਕਰਾਂਗੇ, ਮਾੜੇ ਮੋਟੇ ਕਰਮਕਾਂਡ ਜਿਹੜੇ ਆ ਤੁਸੀਂ ਕਰੀ ਚੱਲੋ, ਜਨੇਊ ਪਾ ਲਓ, ਤਿਲਕ ਲਗਾ ਲਓ, ਬਸ ਬਹੁਤ ਆ, ਇਹਦੇ ਨਾਲ ਤੁਹਾਨੂੰ ਮੁਕਤੀ ਮਿਲ ਜਾਣੀ ਹੈ। ਹੁਣ ਸੈਕਿੰਡ ਗੱਲ ਕੀ ਹੋਈ, ਜਦੋਂ ਬਹੁਤ ਲੰਬੇ ਸਮੇਂ ਤੱਕ ਤੁਸੀਂ ਇੱਕ ਪ੍ਰੈਕਟਿਸ ਕਰਦੇ ਰਹਿੰਦੇ ਆ ਨਾ, ਔਰ ਇੱਕ ਜਾਂ 2 ਦਿਨ ਦੀ ਗੱਲ ਨਹੀਂ ਹੁੰਦੀ, ਇੱਕ ਬਹੁਤ ਲੰਬੇ ਸਮੇਂ ਦੀ ਗੱਲ ਹੁੰਦੀ ਹੈ, ਸੈਂਚੁਰੀਜ਼ ਲੱਗ ਜਾਂਦੀਆਂ। ਅਤੇ ਉਸ ਟਾਈਮ ਤੱਕ ਜਦੋਂ ਲੋਕ ਅਵੇਸਲੇ ਹੋ ਗਏ, ਜਦੋਂ ਲੋਕਾਂ ਨੇ ਕਰਮ ਕਾਂਡਾਂ ਦੇ ਉੱਤੇ ਆਪਣੀ ਜ਼ਿੰਦਗੀ ਬਿਤਾਉਣੀ ਸ਼ੁਰੂ ਕਰ ਦਿੱਤੀ ਔਰ ਜਿਹੜਾ ਚੰਗਾ ਜਿਹੜਾ ਗਿਆਨ ਕਾਂਡ ਹੈ ਉਹ ਸਿਰਫ ਪੰਡਿਤ ਨੂੰ ਦੇ ਦਿੱਤਾ, ਲੋਕ ਅਵੇਸਲੇ ਹੋ ਗਏ। ਹੁਣ ਹੋਇਆ ਕੀ ਕਿ ਇੱਕ ਤਾਂ ਸੰਸਕ੍ਰਿਤ ਵੈਸੇ ਹੀ ਉੱਚ ਵਰਗ ਦੀ ਭਾਸ਼ਾ ਸੀ, ਪਰ ਹੁਣ ਪੰਡਿਤ ਨੇ ਆਪਣੀ ਜਿਹੜੀ ਦੁਕਾਨਦਾਰੀ ਆ ਉਹਨੂੰ ਚੱਲਦੇ ਰੱਖਣ ਲਈ ਕੁਝ ਚੀਜ਼ਾਂ ਨਿਰਧਾਰਿਤ ਕਰ ਦਿੱਤੀਆਂ। ਕੀ ਨਿਰਧਾਰਿਤ ਕੀਤਾ ਕਿ ਜਿਹੜਾ ਸ਼ੂਦਰ ਹੈ ਉਹ ਬਿਲਕੁਲ ਵੀ ਪਰਮਾਤਮਾ ਨੂੰ ਪਾਉਣ ਦੇ ਯੋਗ ਨਹੀਂ, ਔਰਤ ਪਰਮਾਤਮਾ ਨੂੰ ਪਾਉਣ ਦੇ ਯੋਗ ਨਹੀਂ। ਇਹ ਗੱਲਾਂ ਉਹਨਾਂ ਨੇ ਆਪ ਨਿਰਧਾਰਿਤ ਕਰ ਦਿੱਤੀਆਂ ਜੋ ਕਿ ਵੇਦਾਂ ਦੇ ਅਗੇਂਸਟ ਸੀ। ਪਰ ਹੁਣ ਇੱਥੇ ਸਵਾਲ ਇਹ ਆਉਂਦਾ ਹੈ ਕਿ ਜੇ ਵੇਦਾਂ ਦੇ ਅਗੇਂਸਟ ਸੀ ਤਾਂ ਲੋਕ ਬੋਲੇ ਕਿਉਂ ਨਹੀਂ? ਲੋਕ ਇਸ ਕਰਕੇ ਨਹੀਂ ਬੋਲੇ ਕਿਉਂਕਿ ਲੋਕ ਅਵੇਸਲੇ ਹੋ ਗਏ ਸੀ। ਲੋਕਾਂ ਨੇ ਹੁਣ ਗਿਆਨ ਕਾਂਡ ਵੱਲ ਤਾਂ ਗਏ ਹੀ ਨਹੀਂ, ਲੋਕ ਉਹਨਾਂ ਨੂੰ ਉਹ ਸਭ ਕੁਝ ਪਾਸੇ ਰੱਖ ਕੇ ਸ਼ਾਰਟਕਟ ਦੇ ਨਾਲ ਇੰਨੇ ਕੁ ਅਵੇਸਲੇ ਹੋ ਗਏ ਕਿ ਜੋ ਕੁਝ ਉਹਨਾਂ ਨੂੰ ਦਿੱਤਾ ਜਾ ਰਿਹਾ ਸੀ, ਕਿਉਂਕਿ ਉਹਨਾਂ ਦੀ ਲੈਂਗੁਏਜ ਉਹ ਨਹੀਂ ਰਹੀ, ਸੰਸਕ੍ਰਿਤ ਜਿਹੜੀ ਕਿ ਵੇਦਾਂ ਦੀ ਭਾਸ਼ਾ ਹੈ, ਉਹ ਸਿਰਫ ਇੱਕ ਸਮੂਹ ਤੱਕ ਬੰਨ੍ਹ ਕੇ ਰਹਿ ਗਈ, ਉਹ ਸਮੂਹ ਤੋਂ ਅੱਗੇ ਨਹੀਂ ਨਿਕਲੀ। ਔਰ ਵੇਦ ਜਿਹੜੇ ਆ ਉਹ ਲੋਕਾਂ ਤੋਂ ਦੂਰ ਹੁੰਦੇ ਇੰਨੀ ਕੁ ਦੂਰ ਚਲੇ ਗਏ ਕਿ ਲੋਕਾਂ ਨੂੰ ਵੇਦਾਂ ਤੱਕ ਪਹੁੰਚਣ ਲਈ ਵਿਚਕਾਰ ਇੱਕ ਪੰਡਿਤ ਦੀ ਲੋੜ ਜ਼ਰੂਰੀ ਹੋ ਗਈ। ਹੁਣ ਇਹਨੂੰ ਜ਼ਰਾ ਆਪਣੇ ਨਾਲ ਮੇਲਚ ਕੇ ਵੇਖਿਓ ਜੇ, ਅਸੀਂ ਕੀ ਕਰਦੇ ਹਾਂ ਕਿ ਅਸੀਂ ਗੁਰਮੁਖੀ ਪੜ੍ਹਨੀ ਹੀ ਛੱਡ ਦਿੱਤੀ। ਅਸੀਂ ਗੁਰਮੁਖੀ ਨੂੰ ਬਹੁਤੀ ਵਾਰੀ ਤਾਂ ਪੰਜਾਬੀ ਕਹਿ ਕੇ ਪ੍ਰਚਾਰ ਦਿੰਦੇ ਹਾਂ, ਅਤੇ ਖੈਰ ਅਸੀਂ ਪੰਜਾਬੀ ਵੀ ਪੜ੍ਹਨੀ ਛੱਡ ਦਿੱਤੀ। ਅਸੀਂ ਬਹੁਤੇ ਲੋਕ ਇਹ ਕਹਿ ਦਿੰਦੇ ਨਹੀਂ ਜੀ ਸਾਨੂੰ ਪੰਜਾਬੀ ਨਹੀਂ ਆਉਂਦੀ, ਸਾਨੂੰ ਬੋਲਣੀ ਨਹੀਂ ਆਉਂਦੀ, ਸਾਨੂੰ ਲਿਖਣੀ ਨਹੀਂ ਆਉਂਦੀ, ਸਾਨੂੰ ਪੜ੍ਹਨੀ ਨਹੀਂ ਆਉਂਦੀ। ਗੁਰਬਾਣੀ ਬਿਨਾਂ ਗੁਰਮੁਖੀ ਦੇ ਸਮਝੀ ਜਾਣਾ ਤਕਰੀਬਨ ਅਸੰਭਵ ਹੈ। ਇਹਦੇ ਉੱਤੇ ਵੀ ਇੱਕ ਪੂਰਾ ਦਾ ਪੂਰਾ ਇੱਕ ਐਪੀਸੋਡ ਚਾਹੀਦਾ ਜੇ ਮੈਂ ਬੋਲਣ ਲੱਗਾ ਕਿ ਕਿਉਂ ਟਰਾਂਸਲੇਸ਼ਨ ਦੇ ਵਿੱਚ ਉਹ ਗੱਲ ਨਹੀਂ। ਬੇਸ਼ੱਕ ਟਰਾਂਸਲੇਸ਼ਨ ਦੇ ਨਾਲ ਤੁਸੀਂ ਇੱਕ ਮੈਸੇਜ ਸਮਝ ਸਕਦੇ ਹੋ, ਅੱਖਰਾਂ ਨੂੰ ਸਮਝ ਸਕਦੇ ਹੋ, ਭਾਵ ਸਮਝਣੇ ਬਹੁਤ ਔਖੇ ਹੈ। ਔਰ ਇਹ ਟਰਾਂਸਲੇਸ਼ਨ ਸਟੱਡੀਜ਼ ਦੇ ਜਿਹੜੇ ਮਾਹਰ ਉਹ ਦੱਸ ਦੇਣਗੇ ਕਿ ਕਦੇ ਵੀ ਕਿਸੇ ਚੀਜ਼ ਦੀ ਟਰਾਂਸਲੇਸ਼ਨ ਜਿਹੜੀ ਆ ਉਹ ਵਰਡ ਟੂ ਵਰਡ ਤਾਂ ਹੋ ਜਾਂਦੀ ਹੈ, ਫੀਲਿੰਗ ਟੂ ਫੀਲਿੰਗ ਕਦੀ ਨਹੀਂ ਹੁੰਦੀ। ਗੁਰਬਾਣੀ ਭਾਵਾਂ ਦੇ ਉੱਤੇ ਖੜੀ ਹੈ। ਗੁਰਬਾਣੀ ਦੇ ਵਿੱਚ ਬੇਸ਼ੱਕ ਅੱਖਰ ਨੇ, ਪਰ ਗੁਰਬਾਣੀ ਗੁਰੂ ਦੇ ਮੁਖਾਂ ਦੇ ਵਿੱਚੋਂ ਨਿਕਲੀ ਬਾਣੀ ਹੈ, ਉਹ ਇੱਕ ਭਾਵ ਦੇ ਨਾਲ ਨਿਕਲੀ ਹੋਈ ਬਾਣੀ ਹੈ। ਉਸ ਭਾਵ ਨੂੰ ਸਮਝਣ ਵਾਸਤੇ ਤੁਹਾਨੂੰ ਗੁਰਮੁਖੀ ਦਾ ਆਉਣਾ ਜ਼ਰੂਰੀ ਹੈ। ਪਰ ਤੁਸੀਂ ਵੀ ਗੁਰਮੁਖੀ ਨੂੰ ਛੱਡਦੇ ਗਏ, ਬਿਲਕੁਲ ਉਵੇਂ ਜਿਵੇਂ ਬਹੁਤੀ ਹਿੰਦੂ ਸੁਸਾਇਟੀ ਨੇ ਛੱਡ ਦਿੱਤਾ। ਔਰ ਗੁਰਮੁਖੀ ਤੋਂ ਦੂਰ ਹੁੰਦੇ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਦੂਰ ਹੁੰਦੇ ਜਾ ਰਹੇ ਹਾਂ। ਹੁਣ ਅਸੀਂ ਕੀ ਕਰਦੇ ਹਾਂ ਕਿ ਅਸੀਂ ਜਾਂਦੇ ਹਾਂ ਗੁਰਦੁਆਰਾ ਸਾਹਿਬ, ਬਾਹਰੋਂ ਮੱਥਾ ਟੇਕ ਕੇ ਤੇ ਲੰਗਰ ਹਾਲ 'ਚ ਵੜ ਜਾਈਦਾ, ਅਤੇ ਜਾਂ ਜੇ ਜਾਈਦਾ ਵੀ ਤਾਂ ਬਸ ਮੱਥਾ ਟੇਕ ਕੇ ਵਾਪਸ। ਅਸੀਂ ਕਦੀ ਉਹਦੇ ਮਤਲਬਾਂ ਵੱਲ ਜਾਂਦੇ ਹੀ ਨਹੀਂ, ਕਦੀ ਅਸੀਂ ਮਤਲਬ ਦੇਖਦੇ ਹੀ ਨਹੀਂ ਕਿ ਉਹਦਾ ਮਤਲਬ ਕੀ ਆ। ਗੁਰੂ ਮਹਾਰਾਜ ਦੇ ਅੱਗੇ ਮੱਥਾ ਟੇਕਣ ਦਾ ਮਤਲਬ ਗੁਰੂ ਨੂੰ ਆਪਣਾ ਸਿਰ ਦੇਣਾ ਹੋ ਗਿਆ। ਪਰ ਅਸੀਂ ਇਸ ਗੱਲ ਬਾਰੇ ਨਾ ਤਾਂ ਵਿਚਾਰਦੇ ਹਾਂ ਨਾ ਸੋਚਦੇ ਹਾਂ, ਕਿਉਂਕਿ ਅਸੀਂ ਗੁਰਬਾਣੀ ਪੜ੍ਹੀ ਨਹੀਂ, ਅਸੀਂ ਗੁਰਮੁਖੀ ਪੜ੍ਹੀ ਨਹੀਂ। ਲੈਂਗੁਏਜ ਦਾ ਹੋਣਾ ਤੁਹਾਡਾ ਬਹੁਤ ਜ਼ਰੂਰੀ ਆ, ਨਹੀਂ ਤਾਂ ਸਾਡਾ ਹਾਲ ਉਹੀ ਆ ਜੋ ਵੇਦਾਂ ਦਾ ਹਾਲ ਹੋਇਆ ਔਰ ਵੇਦਾਂ ਨੂੰ ਮੰਨਣ ਵਾਲਿਆਂ ਦਾ ਹਾਲ ਹੋਇਆ, ਸਾਡਾ ਹਾਲ ਉਹੀ ਹੋ ਜਾਣਾ, ਕਿਉਂਕਿ ਸਾਡੇ ਪੱਲੇ ਵੀ ਕੁਛ ਨਹੀਂ ਪੈਣਾ। ਹੁਣ ਇਸ ਤੋਂ ਜੋ ਫਾਈਨਲ ਹਮਲਾ ਹੁੰਦਾ ਆ ਉਹ ਕੀ ਹੁੰਦਾ ਵੇਦਾਂ ਦੇ ਉੱਤੇ, ਕਿਉਂਕਿ ਲੋਕਾਂ ਨੂੰ ਸੰਸਕ੍ਰਿਤ ਆਉਂਦੀ ਨਹੀਂ, ਲੋਕ ਅਵੇਸਲੇ ਹੋ ਚੁੱਕੇ, ਸਾਲਾਂ ਦੇ ਸਾਲ ਲਾ ਕੇ ਪੰਡਿਤ ਨੇ ਆਪਣੀ ਦੁਕਾਨਦਾਰੀ ਖੜੀ ਕਰ ਲਈ। ਹੁਣ ਉਹ ਦੁਕਾਨਦਾਰੀ ਜਦੋਂ ਇੱਕ ਬੰਦਾ ਖੜੀ ਕਰੂਗਾ ਤੇ ਦੂਜੇ ਨੂੰ ਲੱਗੂਗਾ ਕਿ ਮੇਰੀ ਦੁਕਾਨਦਾਰੀ ਵਧੀਆ ਹੋਵੇ। ਔਰ ਵੇਦਾਂ ਵਿੱਚ ਕੀ ਆ, ਇਹ ਇੱਕ ਆਮ ਬੰਦਾ ਤਾਂ ਵੇਖ ਨਹੀਂ ਸਕਦਾ ਕਿਉਂਕਿ ਉਹਨਾਂ ਨੂੰ ਉਹ ਭਾਸ਼ਾ ਹੀ ਨਹੀਂ ਆਉਂਦੀ। ਸੋ ਹੋਇਆ ਕਿ ਦੋ ਪੰਡਿਤਾਂ ਨੇ ਆਪਣੀ ਦੁਕਾਨਦਾਰੀ ਚਮਕਾਉਣ ਲਈ ਵੇਦਾਂ ਨੂੰ ਆਪਣੇ ਅਕੋਰਡਿੰਗ ਇੰਟਰਪ੍ਰੈਟ ਕਰਨਾ ਸ਼ੁਰੂ ਕੀਤਾ, ਔਰ ਉਹ ਇੰਟਰਪ੍ਰੀਟੇਸ਼ਨ ਮੰਨੀ ਗਈ।
ਕਿਉਂ ਮੰਨੀ ਗਈ? ਕਿਉਂਕਿ ਉਹ ਆਪ ਨਹੀਂ ਪੜ੍ਹ ਸਕਦੇ ਸੀ। ਜੇ ਉਹ ਆਪ ਪੜ੍ਹ ਸਕਦੇ, ਆਪ ਦੇਖ ਸਕਦੇ, ਆਪ ਸਮਝ ਸਕਦੇ ਤਾਂ ਸ਼ਾਇਦ ਪੰਡਤ ਨੂੰ ਕਹਿੰਦੇ ਨਹੀਂ ਪੰਡਤ ਜੀ, ਜੋ ਇੰਟਰਪ੍ਰੀਟੇਸ਼ਨ ਤੁਸੀਂ ਦੇ ਰਹੇ ਹੋ ਇਹ ਇੰਟਰਪ੍ਰੀਟੇਸ਼ਨ ਤਾਂ ਸਹੀ ਨਹੀਂ ਆ। ਪਰ ਉਹ ਨਹੀਂ ਕਹਿ ਸਕਦੇ ਸੀ। ਕਿਉਂ? ਕਿਉਂਕਿ ਉਹਨਾਂ ਕੋਲ ਸੰਸਕ੍ਰਿਤੀ ਨਹੀਂ, ਉਹਨਾਂ ਕੋਲ ਆਪਣੀ ਭਾਸ਼ਾ ਨਹੀਂ। ਉਹਨਾਂ ਨੇ ਗਿਆਨ ਕਾਂਡ ਨੂੰ ਬੜਾ ਦੂਰ ਵਿਸਾਰ ਦਿੱਤਾ, ਕਰਮ ਕਾਂਡਾਂ ਦੇ ਉੱਤੇ ਰਹਿ ਗਏ। ਉਹ ਵੀ ਕਰਮ ਕਾਂਡ ਕੌਣ ਨਿਰਧਾਰਿਤ ਕਰ ਰਿਹਾ? ਪੰਡਤ। ਹੁਣ ਇਹਨੂੰ ਆਪਣੇ ਨਾਲ ਜਰਾ ਜੋੜ ਕੇ ਦੇਖਿਓ। ਸਾਡੇ ਨਾਲ ਵੀ ਤਕਰੀਬਨ ਐਵੇਂ ਹੀ ਹੋ ਰਿਹਾ, ਕਿਉਂਕਿ ਅਸੀਂ ਖੁਦ ਗੁਰਬਾਣੀ ਨਹੀਂ ਪੜ੍ਹਦੇ, ਕਿਉਂਕਿ ਅਸੀਂ ਖੁਦ ਗੁਰ ਇਤਿਹਾਸ ਨਹੀਂ ਪੜ੍ਹਦੇ। ਇਸ ਕਰਕੇ ਸਾਨੂੰ ਜਦੋਂ ਕੋਈ ਕੁਛ ਦੱਸਦਾ ਆ ਅਸੀਂ ਉਹਦੇ ਨਾਲ ਬੜੀ ਛੇਤੀ ਹੋ ਤੁਰਦੇ ਹਾਂ। ਅਸੀਂ ਇੱਕ ਤਰ੍ਹਾਂ ਨਾਲ ਫਿਕਲ ਮਾਈਂਡਡ ਜੇ ਹੋ ਗਏ। ਆਮ ਸੌਰੀ ਫॉर ਦਿਸ ਵਰਡ, ਬਟ ਆਪਾਂ ਇਹ ਹੋ ਗਏ। ਅਸੀਂ ਕੀ ਕਰਨਾ ਸ਼ੁਰੂ ਕੀਤਾ ਕਿ ਮੈਨੂੰ ਜੋ ਦੋ ਇੰਟਰਪ੍ਰੀਟੇਸ਼ਨਸ ਆਈਆਂ ਗੁਰਬਾਣੀ ਦੀਆਂ। ਹੁਣ ਮੈਨੂੰ ਜੋ ਲੱਗਾ ਕਿ ਮੇਰੀ ਸਹੂਲੀਅਤ ਕੀ ਆ, ਮੈਂ ਆਪਣੀ ਸਹੂਲੀਅਤ ਦੇ ਮੁਤਾਬਕ, ਇੱਕ ਬਾਬਾ ਜੀ ਨੇ ਇੱਕ ਇੰਟਰਪ੍ਰੀਟੇਸ਼ਨ ਦਿੱਤੀ, ਦੂਜੇ ਬਾਬਾ ਜੀ ਨੇ ਇੱਕ ਇੰਟਰਪ੍ਰੀਟੇਸ਼ਨ ਦਿੱਤੀ, ਅਤੇ ਮੈਨੂੰ ਲੱਗਾ ਕਿ ਮੇਰੀ ਸਹੂਲੀਅਤ ਮੁਤਾਬਕ ਆਹ ਇੰਟਰਪ੍ਰੀਟੇਸ਼ਨ ਠੀਕ ਹੈ, ਤਾਂ ਮੈਂ ਉਸ ਇੰਟਰਪ੍ਰੀਟੇਸ਼ਨ ਵੱਲ ਹੋ ਤੁਰਦੀ ਹਾਂ। ਮੰਨ ਲਓ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਐਸੀਆਂ ਘਟਨਾਵਾਂ ਹੋਈਆਂ ਜਿਹਦੇ ਵਿੱਚ ਮੈਂ ਪਰਮਾਤਮਾ ਨੂੰ ਬਹੁਤ ਯਾਦ ਕੀਤਾ ਪਰ ਮੇਰਾ ਕੰਮ ਨਹੀਂ ਬਣਿਆ, ਤਾਂ ਮੇਰੇ ਦਿਲ 'ਚ ਗੱਲ ਬਣ ਗਈ ਕਿ ਪਰਮਾਤਮਾ ਸ਼ਾਇਦ ਹੈ ਹੀ ਨਹੀਂ। ਹੁਣ ਇੱਕ ਭਾਈ ਜੀ ਆਉਂਦੇ ਆ, ਉਹ ਕਹਿੰਦੇ ਪਰਮਾਤਮਾ ਕੁਛ ਨਹੀਂ ਆ, ਉਹ ਸਿਰਫ ਐਨਰਜੀ ਆ। ਤਾਂ ਮੈਨੂੰ ਇਹ ਲੱਗੂਗਾ ਕਿ ਇਹ ਗੱਲ ਬਿਲਕੁਲ ਠੀਕ ਆ। ਮੈਂ ਤਾਂ ਇਹੀ ਮੰਨਦੀ ਸੀ, ਕਿਉਂਕਿ ਉਹ ਮੇਰੀ ਸਹੂਲੀਅਤ ਮੁਤਾਬਕ ਹੋ ਗਿਆ। ਸੋ ਮੈਂ ਉਹ ਭਾਈ ਜੀ ਦੇ ਪਿੱਛੇ ਆਰਾਮ ਨਾਲ ਲੱਗ ਜੂੰਗੀ। ਹੁਣ ਇੱਕ ਪਾਸੇ ਇੱਕ ਭਾਈ ਜੀ ਆ ਜਾਂ ਇੱਕ ਹੋਰ ਬੰਦਾ ਹੈ ਜਿਹਨੂੰ ਇਹ ਲੱਗਦਾ ਹੈ ਕਿ ਨਹੀਂ ਮੇਰੀ ਲਾਈਫ ਦੇ ਵਿੱਚ ਪਰਮਾਤਮਾ ਦੀ ਹੋਂਦ ਹੈਗੀ ਆ, ਤਾਂ ਦੂਜੇ ਭਾਈ ਜੀ ਕਹਿੰਦੇ ਨਹੀਂ ਜੀ ਪਰਮਾਤਮਾ ਹੀ ਸਾਰਾ ਕੁਛ ਹੈ। ਉਸ ਬੰਦੇ ਨੂੰ ਇਹ ਲੱਗੂਗਾ ਕਿ ਨਹੀਂ ਉਹ ਠੀਕ ਕਹਿ ਰਹੇ ਆ, ਪਰਮਾਤਮਾ ਦੀ ਹੋਂਦ ਇੰਪੋਰਟੈਂਟ ਆ, ਤਾਂ ਉਹ ਦੂਜੇ ਭਾਈ ਜੀ ਵੱਲ ਚੱਲ ਜੂਗਾ। ਇੱਕੋ ਗੁਰਬਾਣੀ ਦੋ ਅਲੱਗ-ਅਲੱਗ ਇੰਟਰਪ੍ਰੀਟੇਸ਼ਨਸ ਹੋ ਗਈਆਂ। ਕਿਉਂ ਹੋ ਗਈਆਂ? ਕਿਉਂਕਿ ਤੁਸੀਂ ਗੁਰਬਾਣੀ ਨਹੀਂ ਪੜ੍ਹੀ, ਤੁਸੀਂ ਇਹ ਸਮਝਿਆ ਨਹੀਂ ਕਿ ਤੁਹਾਡੇ ਗੁਰੂਆਂ ਨੇ ਉਹ ਗੁਰਬਾਣੀ ਦੀ ਤੁਕ ਅਗਰ ਰਚੀ ਹੈ ਤਾਂ ਉਹ ਕਿਉਂ ਰਚੀ ਹੈ। ਜਦ ਤੱਕ ਜੇ ਤੁਸੀਂ ਖੁਦ ਸਮਝੇ ਹੁੰਦੇ, ਪੜ੍ਹੇ ਹੁੰਦੇ, ਤਾਂ ਸ਼ਾਇਦ ਤੁਹਾਡਾ ਇੱਕ ਨਜ਼ਰੀਆ ਹੋਰ ਹੁੰਦਾ। ਪਰ ਤੁਸੀਂ ਬਿਨਾਂ ਪੜ੍ਹੇ ਜੋ ਤੁਹਾਨੂੰ ਦੱਸਿਆ ਗਿਆ ਉਹਦੇ ਅਕੋਰਡਿੰਗ ਤੁਸੀਂ ਇੱਕ ਭਾਈ ਜੀ ਮਗਰ ਲੱਗ ਗਏ, ਦੂਜਾ ਦੂਜੇ ਭਾਈ ਜੀ ਮਗਰ ਲੱਗ ਗਿਆ, ਔਰ ਦੋਨਾਂ ਦੇ ਵਿੱਚ ਹੋ ਗਿਆ ਕੌਨਫਲਿਕਟ। ਜਦ ਕਿ ਕੌਨਫਲਿਕਟ ਵਾਲੀ ਕੋਈ ਗੱਲ ਹੈ ਨਹੀਂ ਸੀਗੀ। ਦੋਨਾਂ ਭਾਈ ਜੀ ਨੂੰ ਇੱਕ ਜਗ੍ਹਾ 'ਤੇ ਬੈਠ ਕੇ ਉਹ ਗੱਲ ਸਮਝਣੀ ਚਾਹੀਦੀ ਸੀਗੀ ਕਿ ਕੀ ਆ, ਔਰ ਤੁਹਾਨੂੰ ਨਾਲ ਬੈਠਣਾ ਸੀ, ਤੁਹਾਨੂੰ ਨਾਲ ਵਿਚਾਰ ਕਰਨੇ ਸੀ। ਹੁਣ ਇਸੇ ਤਰ੍ਹਾਂ ਜੋ ਵੇਦਾਂ ਨਾਲ ਹੋਇਆ ਤਕਰੀਬਨ ਸਾਡੇ ਨਾਲ ਉਵੇਂ ਹੀ ਹੋ ਰਿਹਾ ਹੈ। ਹੁਣ ਜਦੋਂ ਇਹਨੂੰ ਆਪਾਂ ਕੰਪੇਅਰ ਕਰਦੇ ਜਾਵਾਂਗੇ ਨਾ, ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਲੱਗਦੀਆਂ ਜਾਣਗੀਆਂ ਕਿ ਜਿੱਦਾਂ ਵੈਦਿਕ ਲੋਕ ਵੇਦਾਂ ਦੇ ਵਿੱਚੋਂ ਗਿਆਨ ਕਾਂਡ ਨੂੰ ਵਿਸਾਰਦੇ ਗਏ, ਤਕਰੀਬਨ ਇਸੇ ਤਰੀਕੇ ਅਸੀਂ ਗੁਰਬਾਣੀ 'ਚੋਂ ਗਿਆਨ ਵਿਸਾਰਦੇ ਜਾ ਰਹੇ ਹਾਂ। ਔਰ ਜਿਸ ਤਰੀਕੇ ਨਾਲ ਵੈਦਿਕ ਲੋਕਾਂ ਨੇ ਬਾਅਦ ਵਿੱਚ ਉਹ ਪੰਡਤ ਦੇ ਉੱਤੇ ਹੀ ਨਿਰਭਰ ਕਰਕੇ ਜੋ ਪੰਡਿਤ ਦੱਸਦਾ ਗਿਆ ਉਹ ਹੀ ਕਰਦੇ ਰਹੇ। ਇੱਕ ਸਮਾਂ ਐਸਾ ਆਉਂਦਾ ਹੈ ਜਦੋਂ ਚੀਜ਼ਾਂ ਬਹੁਤ ਮਕੈਨੀਕਲ ਹੋ ਜਾਂਦੀਆਂ। ਇਸ ਗੱਲ ਨੂੰ ਜ਼ਰਾ ਧਿਆਨ ਨਾਲ ਸਮਝਿਓ। ਮਕੈਨੀਕਲ ਹੋਣ ਦਾ ਮਤਲਬ ਕੀ ਆ? ਤੁਸੀਂ ਸਵੇਰੇ ਉੱਠੇ, ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀਗਾ ਕਿ ਦੋ ਚੀਜ਼ਾਂ ਨਾਲ ਲੈ ਕੇ ਚੱਲਿਓ। ਕਰਮ ਕਾਂਡ ਦੀ ਗੱਲ ਮੈਂ ਕਰ ਚੁੱਕੀ, ਹੁਣੇ ਮਕੈਨੀਕਲ ਦੀ ਗੱਲ ਕਰ ਰਹੀ ਹਾਂ। ਕਰਮ ਕਾਂਡ ਜੋ ਵੇਦਾਂ ਦੇ ਵਿੱਚ ਨਿਰਧਾਰਿਤ ਸੀ ਉਹ ਬੜੇ ਮਕੈਨੀਕਲ ਹੋ ਗਏ। ਮਕੈਨੀਕਲ ਕਿੱਦਾਂ ਹੋ ਗਏ? ਤੁਸੀਂ ਜਾਓ ਜੀ ਪਾਣੀ ਦੇ ਕੇ ਆਓ। ਹੁਣ ਉਹ ਪੰਡਿਤ ਜੀ ਜਾਂਦੇ ਨੇ, ਉਹ ਪਾਣੀ ਦੇ ਦਿੰਦੇ ਨੇ, ਬ੍ਰਾਹਮਣ ਜਾ ਕੇ ਪਾਣੀ ਦੇ ਰਹੇ ਨੇ। ਗੁਰੂ ਨਾਨਕ ਉਹਨਾਂ ਨੂੰ ਪੁੱਛਦੇ ਨੇ ਤੁਸੀਂ ਪਾਣੀ ਕਿਉਂ ਦੇ ਰਹੇ ਹੋ? ਜੋ ਉਹਨਾਂ ਨੂੰ ਦੱਸਿਆ ਗਿਆ ਸੀ ਪੰਡਿਤ ਵੱਲੋਂ ਉਹ ਉਹੀ ਗੱਲ ਰਿਪੀਟ ਕਰਦੇ ਨੇ ਕਿ ਸਾਡੇ ਪਿੱਤਰਾਂ ਨੂੰ ਪਾਣੀ ਪਹੁੰਚ ਰਿਹਾ। ਅਤੇ ਗੁਰੂ ਨਾਨਕ ਪਾਤਸ਼ਾਹ ਪੁੱਠੇ ਪਾਸੇ ਪਾਣੀ ਦੇਣ ਲੱਗ ਜਾਂਦੇ ਨੇ। ਉਹ ਕਿਉਂ ਦਿੰਦੇ ਨੇ? ਉਹਨਾਂ ਦਾ ਆਪਣਾ ਲੌਜਿਕ ਹੈ। ਫਿਰ ਉਹ ਉਹਨਾਂ ਨੂੰ ਪੁੱਛਦੇ ਤੁਸੀਂ ਉੱਧਰ ਕਿਉਂ ਦੇ ਰਹੇ ਹੋ? ਅਤੇ ਗੁਰੂ ਨਾਨਕ ਆਪਣੇ ਲੌਜਿਕ, ਕਿਉਂਕਿ ਉਹਨਾਂ ਦੀ ਉਹ ਗੱਲ ਭਾਵ 'ਚੋਂ ਨਿਕਲੀ ਸੀ, ਉਹਨਾਂ ਨੂੰ ਕਿਸੇ ਪੰਡਿਤ ਨੇ ਨਹੀਂ ਸੀ ਦੱਸਿਆ, ਉਹਨਾਂ ਦੀ ਉਹ ਗੱਲ ਭਾਵ 'ਚੋਂ ਨਿਕਲੀ ਸੀ। ਉਹ ਕਹਿੰਦੇ ਕਿ ਜੇ ਤੁਹਾਡੇ ਪਿੱਤਰਾਂ ਨੂੰ ਇੰਨੀ ਦੂਰ ਪਾਣੀ ਪਹੁੰਚੂਗਾ ਤਾਂ ਮੇਰੇ ਖੇਤਾਂ ਨੂੰ ਤਾਂ ਪਹੁੰਚ ਹੀ ਜਾਊ ਨਾ। ਹੁਣ ਇਹ ਜਿਹੜੀ ਗੱਲ ਹੈ ਨਾ, ਇਹ ਸਮਝਣ ਵਾਲੀ ਆ। ਪੰਡਿਤ ਇਸ ਕਰਕੇ ਹਾਰਦੇ ਨੇ ਕਿਉਂਕਿ ਪੰਡਿਤਾਂ ਕੋਲ ਆਪਣਾ ਗਿਆਨ ਕੋਈ ਨਹੀਂ ਸੀ। ਜੇ ਉਹਨਾਂ ਕੋਲੇ ਗਿਆਨ ਹੁੰਦਾ ਤਾਂ ਜੋ ਗੁਰੂ ਮਹਾਰਾਜ ਗੱਲ ਕਰ ਰਹੇ ਬਿਲਕੁਲ ਇਹੀ ਗੱਲ, ਤਾਂ ਜੇ ਉਹਨਾਂ ਨੂੰ ਸਹੀ ਤਰੀਕੇ ਨਾਲ ਵੈਦਿਕ ਗਿਆਨ ਹੁੰਦਾ ਤਾਂ ਉਹ ਦੱਸ ਸਕਦੇ ਸੀਗੇ ਕਿ ਨਹੀਂ ਉਹ ਪਿੱਤਰਾਂ ਨੂੰ ਪਾਣੀ ਨਹੀਂ ਆ, ਪਿੱਤਰਾਂ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ। ਪਰ ਉਹਨਾਂ ਕੋਲੋਂ ਗਿਆਨ ਹੀ ਨਹੀਂ। ਔਰ ਗਿਆਨ ਕਿਉਂ ਖੁੱਸਿਆ? ਕਿਉਂਕਿ ਉਹਨਾਂ ਨੇ ਆਪ ਜਿਹੜਾ ਐਕਸਪੀਰੀਅੰਸ ਹੈ ਉਹ ਕਰਨਾ ਬੰਦ ਕਰ ਦਿੱਤਾ। ਹੁਣ ਗੁਰੂ ਨਾਨਕ ਪਾਤਸ਼ਾਹ ਜੇ ਉਹਨਾਂ ਨੇ ਪਾਣੀ ਦੇਣ ਤੋਂ ਮਨਾ ਕਰ ਰਹੇ ਹੁੰਦੇ ਹਿੰਦੂਆਂ ਨੂੰ, ਇੱਥੇ ਗੱਲ ਇੱਕ ਵਰਡ ਬੜਾ ਧਿਆਨ ਨਾਲ ਰੱਖ ਲਿਓ, ਮੈਂ ਗੱਲ ਹਿੰਦੂਆਂ ਦੀ ਕਰ ਰਹੀ ਹਾਂ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਵੀ ਹੁਣ ਸਵੇਰੇ ਉੱਠ ਕੇ ਕਹੋ ਕਿ ਅਸੀਂ ਵੀ ਪਾਣੀ ਦੇ ਦਈਏ, ਨਹੀਂ, ਕਿਉਂਕਿ ਸਾਡੇ ਗੁਰੂ ਨੇ ਮਨਾ ਕੀਤਾ। ਹਿੰਦੂਆਂ ਦਾ ਜਿਹੜਾ ਪਾਣੀ ਦੇਣਾ ਆ ਉਹਨੂੰ ਗੁਰੂ ਨਾਨਕ ਕਿਉਂ ਮਨਾ ਕਰ ਰਿਹਾ? ਕਿਉਂਕਿ ਉਹ ਬੜਾ ਮਕੈਨੀਕਲੀ ਕੰਮ ਕਰ ਰਿਹਾ, ਉਹਦੇ ਵਿੱਚ ਕੋਈ ਭਾਵ ਹੈ ਹੀ ਨਹੀਂ।
ਭਾਵ ਨਾ ਹੋਣ ਕਰਕੇ ਉਹ ਇੱਕ ਮਕੈਨੀਕਲ ਜਿਹੜੀ ਚੀਜ਼ ਆ ਨਾ, ਉਹ ਕਰਮਕਾਂਡ ਬਣ ਗਏ ਜਿਨ੍ਹਾਂ ਦੇ ਵਿੱਚੋਂ ਬੁਰਾਈਆਂ ਨਿਕਲ ਕੇ ਆਉਂਦੀਆਂ, ਜਿਨ੍ਹਾਂ ਵਿੱਚੋਂ ਜੋ ਇੱਕ ਦੁਕਾਨਦਾਰੀ ਦੇ ਵਿੱਚੋਂ ਨਿਕਲ ਕੇ ਆਉਂਦੀਆਂ, ਜੋ ਨਿਰਧਾਰਿਤ ਚੀਜ਼ਾਂ ਸੀਗੀਆਂ ਉਹ ਉਹਨਾਂ ਨੂੰ ਵਿਸਾਰ ਚੁੱਕੇ ਸੀਗੇ। ਇਹੀ ਕਾਰਨ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਦੱਸਦੇ ਨੇ ਵੀ ਹੁਣ ਧਰਮ ਜਿਹੜਾ ਹੈ ਉਹ ਪੰਖ ਲਾ ਕੇ ਉੱਡ ਗਿਆ, ਕਿਉਂਕਿ ਧਰਮ ਵਰਗੀ ਤਾਂ ਕੋਈ ਚੀਜ਼ ਰਹੀ ਨਹੀਂ, ਉਹ ਤਾਂ ਦੁਕਾਨਦਾਰੀਆਂ। ਔਰ ਤੁਸੀਂ ਸਵੇਰੇ ਉੱਠਦੇ ਹੋ, ਦੇਖੋ ਜੇ ਤੁਸੀਂ ਬਿਨਾਂ ਭਾਵ ਦੇ ਕੋਈ ਕੰਮ ਕਰ ਰਹੇ ਹੋ ਤਾਂ ਉਹ ਓਨਾ ਹੀ ਸਰਲ ਹੈ ਜਿੰਨਾ ਤੁਸੀਂ ਸਵੇਰੇ ਉੱਠ ਕੇ ਪਾਣੀ ਪੀਂਦੇ ਹੋ ਅਤੇ ਉਸੇ ਤਰੀਕੇ ਨਾਲ ਤੁਸੀਂ ਸੂਰਜ ਨੂੰ ਪਾਣੀ ਦਿੰਦੇ ਹੋ। ਇਹ ਇੱਕ ਬਰਾਬਰ ਦੀਆਂ ਚੀਜ਼ਾਂ। ਫ਼ਰਕ ਕਿੱਥੇ ਪੈਣਾ ਸੀ? ਵੈਦਿਕ ਨੌਲੇਜ ਅਤੇ ਇਹਨਾਂ ਦੇ ਤੁਹਾਡੇ ਪਾਣੀ ਪੀਣ ਦੇ ਵਿੱਚ ਫ਼ਰਕ ਕੀ ਹੋਣਾ ਸੀ ਜੇ ਤੁਸੀਂ ਭਾਵ ਦੇ ਨਾਲ ਕਰਦੇ। ਸੋ ਭਾਵ ਜਿਹੜਾ ਹੈ ਨਾ ਉਹ ਤੁਹਾਡੇ ਜੜ੍ਹਾਂ ਦੇ ਵਿੱਚ ਹੈ। ਸਭ ਤੋਂ ਪਹਿਲੀ ਗੱਲ ਆ ਉਹ ਹੈ ਤੁਹਾਡੇ ਭਾਵ ਦੇ ਵਿੱਚੋਂ। ਤੁਸੀਂ ਜੋ ਤੁਹਾਡੇ ਭਾਵ ਨੇ, ਜੇ ਭਾਵ ਦੈਟ ਮੀਨਸ ਫੀਲਿੰਗਸ, ਔਰ ਫੀਲਿੰਗ ਆਉਂਦੀ ਹੈ ਅੰਡਰਸਟੈਂਡਿੰਗ ਨਾਲ। ਬਿਨਾਂ ਅੰਡਰਸਟੈਂਡਿੰਗ ਦੇ ਫੀਲਿੰਗ ਨਹੀਂ ਆ ਸਕਦੀ। ਮੈਂ ਤੁਹਾਨੂੰ ਇਹ ਅੱਜ ਕਹਿ ਦਿੰਦੀ ਹਾਂ ਕਿ ਤੁਸੀਂ ਜਾਓ ਫਲਾਣੇ ਜਗ੍ਹਾ 'ਤੇ ਫਲਾਣੇ ਬਾਬਾ ਜੀ ਨੇ, ਉਹਨਾਂ ਨੂੰ ਜਾ ਕੇ ਮੱਥਾ ਟੇਕਾਓ, ਤੁਹਾਡੇ ਘਰ ਦੀਆਂ ਪ੍ਰੋਬਲਮਸ ਦੂਰ। ਤੁਸੀਂ ਭੱਜੇ ਜਾਓਗੇ ਕਿਉਂਕਿ ਉਹ ਇੱਕ ਸ਼ਾਰਟਕਟ ਹੈ। ਅਤੇ ਜੇ ਮੈਂ ਤੁਹਾਨੂੰ ਉਹੀ ਕਰਮ ਕਰਨ ਨੂੰ ਕਹੂੰਗੀ ਕਿ ਨਹੀਂ ਜੀ ਵੇਖੋ ਤੁਹਾਡੇ ਘਰ ਦੀ ਇਹ ਪ੍ਰੋਬਲਮ ਹੈ, ਤੁਸੀਂ ਆਹ ਕੰਮ ਕਰ ਲਓ ਆਪਣੇ, ਤੁਹਾਡੇ ਘਰ ਦੀ ਪ੍ਰੋਬਲਮ, ਤੁਹਾਨੂੰ ਅਗਰ ਗਰੀਬੀ ਹੈ, ਮਿਹਨਤ ਕਰੋ, ਚਲੋ ਬਹੁਤਾ ਨਹੀਂ ਤਾਂ ਰੋਟੀ ਜੋਗੇ ਤਾਂ ਹੋਵਾਂਗੇ ਹੀ। ਉਹ ਸਾਰਾ ਕੁਝ ਕਰਨ ਤੋਂ ਬਾਅਦ ਅਗਰ ਇਹ ਸਾਰਾ ਹੋ ਜਾਂਦਾ ਅਤੇ ਪਰ ਉਹ ਤੁਹਾਨੂੰ ਲੱਗੂਗਾ ਕਿ ਨਹੀਂ ਜੀ ਇਹ ਤਾਂ ਬਹੁਤ ਲੰਬਾ ਰਸਤਾ। ਹੁਣ ਗੁਰੂ ਨਾਨਕ ਤੁਹਾਨੂੰ ਉਸ ਮੁੱਢ ਵਾਲੇ ਰਸਤੇ ਵੱਲ ਜੋੜਦੇ ਆ। ਉਹ ਮੁੱਢ ਦਾ ਰਸਤਾ ਕੀ ਹੈ ਕਿ ਤੁਹਾਨੂੰ ਆਪਣਾ ਕੰਮ ਆਪ ਕਰਨਾ ਪੈਣਾ ਆ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਆਂ। ਸਾਨੂੰ ਜੋ ਵੈਦਿਕ ਇਤਿਹਾਸ 'ਚੋਂ ਜੋ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ ਉਹ ਸਿਰਫ ਇੰਨੀ ਕੀ ਹੈ ਕਿ ਅਗਰ ਅਸੀਂ ਆਪਣੇ ਆਪ ਨੂੰ ਖੁਦ ਇੱਕ ਲੈਵਲ ਦੇ ਉੱਤੇ ਤੱਕੜੀ ਦੇ ਵਿੱਚ ਤੋਲਦੇ ਨਹੀਂ, ਅਗਰ ਅਸੀਂ ਆਪ ਪੜ੍ਹਨਾ ਸ਼ੁਰੂ ਨਹੀਂ ਕਰਦੇ, ਬਹੁਤ ਹੌਲੀ ਹੌਲੀ ਅਸੀਂ ਵੀ ਉਸੇ ਲੈਵਲ 'ਤੇ ਜਾ ਕੇ ਖਲੋ ਜਾਵਾਂਗੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਪੁੱਛਣਗੇ ਕਿ ਤੁਸੀਂ ਆਹ ਕੰਮ ਕਿਉਂ ਕਰ ਰਹੇ ਸੀ, ਤੁਸੀਂ ਸਵੇਰੇ ਜਪਜੀ ਸਾਹਿਬ ਦਾ ਪਾਠ ਕਿਉਂ ਕਰ ਰਹੇ ਸੀ, ਸੁਖਮਨੀ ਸਾਹਿਬ ਦਾ ਪਾਠ ਕਿਉਂ ਕਰ ਰਹੇ ਸੀ। ਅਤੇ ਸਾਡੇ ਕੋਲ ਕੋਈ ਜਵਾਬ ਹੋਣਾ ਨਹੀਂ। ਕਿਉਂਕਿ ਅਸੀਂ ਗੁਰਬਾਣੀ ਨੂੰ ਸਮਝਿਆ ਨਹੀਂ। ਅਸੀਂ ਇਹ ਸਮਝਿਆ ਹੀ ਨਹੀਂ ਕਿ ਜਪਜੀ ਸਾਹਿਬ ਸਵੇਰੇ ਹੀ ਕਿਉਂ ਕਰਨੇ ਅਤੇ ਰਹਿਰਾਸ ਸਾਹਿਬ ਜਿਹੜੇ ਆ ਉਹ ਸ਼ਾਮ ਨੂੰ ਹੀ ਕਿਉਂ ਕਰਨੇ। ਅਸੀਂ ਇਹ ਸਮਝਿਆ ਨਹੀਂ, ਸਾਨੂੰ ਦੱਸ ਦਿੱਤਾ ਗਿਆ, ਅਸੀਂ ਕਰਨਾ ਸ਼ੁਰੂ ਕਰ ਦਿੱਤਾ। ਬਿਲਕੁਲ ਇਹ ਗੱਲ ਸੱਚ ਹੈ ਕਿ ਜਪਜੀ ਸਾਹਿਬ ਔਰ ਰਹਿਰਾਸ ਸਾਹਿਬ ਔਰ ਇਹ ਜਿਹਦੇ ਨਾਲ ਹੋਇਆ, ਜਿਹਨੇ ਹੰਢਾਇਆ ਨਾ, ਉਹ ਦੱਸ ਸਕਦਾ ਹੈ। ਉਹਨਾਂ ਨਾਲ ਫ਼ਰਕ ਪੈਂਦਾ ਹੈ, ਤੁਹਾਡੀ ਆਪਣੀ ਲਾਈਫ ਦੇ ਵਿੱਚ ਬਹੁਤ ਫ਼ਰਕ ਪੈਂਦਾ, ਤੁਹਾਡੀ ਆਪਣੀ ਪਰਸਨੈਲਿਟੀ 'ਚ ਬਹੁਤ ਫ਼ਰਕ ਪੈਂਦਾ, ਪਰ ਭਾਵ ਲੈ ਕੇ ਆਉਣ ਦੀ ਲੋੜ ਆ। ਸੋ ਕਰਮ ਕਾਂਡਾਂ ਦਾ ਜੋ ਅੱਜ ਦੀ ਮੇਰੀ ਤੁਹਾਡੇ ਨਾਲ ਡਿਸਕਸ਼ਨ ਆ ਉਹ ਇੰਨੀ ਕੁ ਹੈ ਕਿ ਕੋਈ ਵੀ ਉਹ ਚੀਜ਼ ਜੋ ਬਿਨਾਂ ਭਾਵ ਦੇ ਤੁਸੀਂ ਕਰੋਗੇ, ਜੋ ਕਿਸੇ ਦੇ ਦੱਸੇ 'ਤੇ ਕਰਨੀ ਸ਼ੁਰੂ ਕਰ ਦੋਗੇ, ਉਹ ਕਰਮ ਕਾਂਡ ਹੋ ਜਾਊਗੀ। ਉਹ ਕਰਮ ਕਾਂਡ ਨਾ ਹੋਵੇ, ਇਸ ਕਰਕੇ ਤੁਹਾਨੂੰ ਖੁਦ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਪੜ੍ਹ ਨਹੀਂ ਸਕਦੇ ਸੁਣ ਨਹੀਂ ਸਕਦੇ ਤਾਂ ਪੁੱਛੋ, ਘੱਟੋ ਘੱਟ ਸਵਾਲ ਤਾਂ ਕਰੋ। ਪੁੱਛੋ ਤਾਂ ਸਹੀ ਕਿ ਬਾਬਾ ਜੀ ਜਿਹੜੀ ਤੁਸੀਂ ਐਨਰਜੀ ਦੀ ਗੱਲ ਕਰਦੇ ਹੋ ਉਹ ਐਨਰਜੀ ਕਿੱਥੋਂ ਆਈ। ਆਪਾਂ ਤਾਂ ਸਿਰਫ ਇੱਕ ਫੈਂਸੀ ਆਈਡੀਆ ਵੱਲ ਪਿੱਛੇ ਚੱਲ ਜਾਂਦੇ ਹਾਂ। ਛੋਟੀ ਜਿਹੀ ਕੋਈ ਗੱਲ ਆਉਂਦੀ, ਅਸੀਂ ਸਾਨੂੰ ਲੱਗਦਾ ਕਿ ਆਹੀ ਸਭ ਠੀਕ ਹੈ, ਬਾਕੀ ਸਭ ਤਾਂ ਪੁਰਾਣਾ ਹੋ ਗਿਆ, ਆਰਥੋਡਾਕਸ ਹੋ ਗਿਆ। ਇੰਝ ਨਹੀਂ ਹੁੰਦਾ। ਸਾਨੂੰ ਇਹ ਸਭ ਕੁਛ ਨਹੀਂ ਕਰਨਾ। ਸਾਨੂੰ ਗੁਰੂ ਮਹਾਰਾਜ ਨੇ ਇੱਕ ਰਾਹ ਦੱਸਿਆ, ਸਾਨੂੰ ਉਸ ਰਾਹ ਦੇ ਉੱਤੇ ਚੱਲਦੇ ਹੋਏ ਆਪਣੇ ਜਿਹੜੇ ਸਾਡੇ ਜੋ ਰਿਵਾਜ ਨੇ, ਜੋ ਸਾਡੇ ਕੰਮ ਨੇ, ਜੋ ਸਾਡੇ ਕਰਮ ਨੇ, ਉਹ ਕਰਮ ਕਾਂਡ ਵਿੱਚ ਨਾ ਬਦਲ ਜਾਣ, ਇਸ ਲਈ ਕੰਮ ਕਰਨਾ ਪਊਗਾ। ਹੁਣ ਗੁਰੂ ਨਾਨਕ ਪਾਤਸ਼ਾਹ ਕਿਹੜੇ ਕਰਮ ਕਾਂਡਾਂ ਤੋਂ ਮਨਾ ਕਰਦੇ ਨੇ, ਉਹ ਸਾਰੇ ਆਪਾਂ ਅਗਲੇ ਐਪੀਸੋਡ ਦੇ ਵਿੱਚ, ਅਗਲੀ ਕਿਸ਼ਤ ਵਿੱਚ ਗੱਲ ਕਰਾਂਗੇ। ਅਖੀਰ ਦੇ ਉੱਤੇ ਸਿਰਫ ਇੱਕੋ ਗੱਲ ਹੀ ਕਹੂੰਗੀ ਕਿ ਜਦੋਂ ਅਸੀਂ ਕੋਈ ਵੀ ਕੰਮ, ਚਾਹੇ ਉਹ ਪਾਠ ਕਰਨਾ ਹੈ, ਚਾਹੇ ਉਹ ਮੱਥਾ ਟੇਕਣਾ ਹੈ, ਜਦੋਂ ਅਸੀਂ ਬਿਨਾਂ ਭਾਵ ਦੇ, ਬਿਨਾਂ ਸਮਝੇ, ਬਿਨਾਂ ਸੋਚੇ, ਬਿਨਾਂ ਫੀਲ ਕੀਤੇ ਕਰਦੇ ਹਾਂ, ਸਿਰਫ ਇਸ ਲਈ ਕਿ ਇੱਕ ਫੋਰਮੈਲਿਟੀ ਹੈ, ਗੁਰਦੁਆਰੇ ਗਿਆ ਮੱਥਾ ਟੇਕਣਾ ਪੈਣਾ, ਲੋਕ ਕੀ ਕਹਿਣਗੇ, ਉਹ ਜਦੋਂ ਅਸੀਂ ਸਿਰਫ ਇੱਕ ਫੋਰਮੈਲਿਟੀ ਦੇ ਲਈ ਕੰਮ ਕਰਦੇ ਹਾਂ ਨਾ, ਤਾਂ ਉਦੋਂ ਫਿਰ ਗੁਰੂ ਮਹਾਰਾਜ ਕਹਿੰਦੇ ਆ, ਮਨਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸਿੰਗਾਰ। ਜਿਵੇਂ ਦੁਹਾਗਣ ਦੇ ਸਿੰਗਾਰ ਦਾ ਕੋਈ ਫਾਇਦਾ ਨਹੀਂ ਹੁੰਦਾ। ਕਿਉਂਕਿ ਉਹਦਾ ਕੰਤ ਉਹਨੂੰ ਦੇਖਦਾ ਹੀ ਨਹੀਂ। ਇਸ ਤਰੀਕੇ ਨਾਲ ਬਿਨਾਂ ਫੀਲ ਕੀਤੇ, ਬਿਨਾਂ ਸਮਝੇ, ਬਿਨਾਂ ਸੋਚੇ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ, ਤੁਹਾਡਾ ਕਰਮ ਕਾਂਡ ਬਣਦਾ, ਉਸ ਕਰਮ ਦਾ ਕੋਈ ਫਾਇਦਾ ਨਹੀਂ ਹੋਊਗਾ। ਉਸ ਤੋਂ ਬਿਨਾਂ ਕੁਛ ਵੀ ਹੋਊਗਾ ਉਹਦਾ ਫਾਇਦਾ ਜ਼ਰੂਰ ਹੋਊਗਾ। ਔਰ ਇਹਦੇ ਉੱਤੇ ਆਪਾਂ ਡਿਸਕਸ਼ਨ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਕਿਹੜੇ ਕਰਮ ਕਾਂਡਾਂ ਨੂੰ ਕਿਉਂ ਮਨਾ ਕਰਦੇ ਨੇ, ਕਿਸ ਤਰ੍ਹਾਂ ਚੱਲਦੇ ਨੇ, ਉਹਦੇ ਬਾਰੇ ਆਪਾਂ ਅਗਲੀ ਵਾਰੀ ਗੱਲ ਕਰਾਂਗੇ। ਅੱਜ ਦੇ ਲਈ ਮੈਂ ਇੰਨਾ ਹੀ ਕਹਿੰਦੇ ਹੋਏ ਆਪਣੇ ਬਾਣੀ ਨੂੰ ਵਿਸ਼ਰਾਮ ਦਊਂਗੀ ਜੀ। ਔਰ ਤੁਸੀਂ ਸਾਰੇ ਆਪਣਾ ਜੋ ਵੀ ਤੁਹਾਡੇ ਸਵਾਲ ਹੋਣ, ਚੰਗੇ ਬੁਰੇ, ਵੱਡੇ ਛੋਟੇ, ਜੋ ਵੀ ਸਵਾਲ ਤੁਹਾਨੂੰ ਲੱਗਣ, ਉਹ ਮੈਨੂੰ ਜ਼ਰੂਰ ਤੁਸੀਂ ਲਿਖ ਕੇ ਭੇਜਿਓ। ਆਪਾਂ ਉਹਦੇ ਹੱਲ ਕਰਨ ਦਾ, ਉਹਦਾ ਜਵਾਬ ਲੱਭਣ ਦਾ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।